ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਆਸਾ ਦੀ ਵਾਰ ਜਿਹੜੀ ਹੈਗੀ ਆ, ਪਹਿਲੀ ਪਾਤਸ਼ਾਹੀ ਦੀ ਵਾਰ, ਨਿਰੋਲ ਵਾਰ, ਉਹਦੀ 12ਵੀਂ ਪੌੜੀ ਲੈਣ ਲੱਗੇ ਹਾਂ। ਇਹ ਅੰਗ 469 469 ਅੰਗ 469। ਸਾਰਿਆਂ ਨੂੰ ਬੇਨਤੀ ਹੈਗੀ ਬਈ ਇਹ ਜਿਹੜੀ ਹੈਗੀ ਆਪਾਂ ਸੁਣ ਰਹੇ ਹਾਂ, ਇਹਦੇ ਨਾਲ ਨਾਲ ਆਪਾਂ ਜਿਹੜੇ ਹੈਗੇ ਉਹ ਐਪ ਵੀ ਜੇ ਖੋਲ੍ਹ ਕੇ ਰੱਖਾਂਗੇ ਅਤੇ ਉਹ ਗਿਆਨ ਦਾ ਜਿਹੜਾ ਹੈਗਾ ਇਹਦਾ ਰਹੱਸ, ਇਹਦੀ ਖੁਸ਼ੀ ਜਿਹੜੀ ਹੈਗੀ ਆ, ਇਹਦਾ ਉਹ ਅੰਦਰ ਤੱਕ ਧੱਸ ਜਾਏਗਾ ਔਰ ਛਾਪ ਹੋ ਜਾਏਗੀ, ਆਪਣੇ ਮਨ ਦੇ ਉੱਤੇ ਛਾਪ ਬਣ ਜਾਏਗੀ ਇਹਦੀ। ਸ਼ਲੋਕ ਮਹੱਲਾ ਪਹਿਲਾ। ਔਰ ਇਸ ਨੂੰ ਜਿਹੜਾ ਹੈਗਾ ਆਪਾਂ ਅੱਜ ਦੀ ਵਿਚਾਰ ਜਿਹੜੀ ਹੈਗੀ ਆ, ਇਹ ਬਹੁਤ ਜਿਹੜੇ ਭਰਮ ਜਿਹੜੇ ਹੈਗੇ ਆ ਔਰ ਬਹੁਤ ਜਿਹੜੀਆਂ ਆਪਣੀਆਂ ਧਾਰਨਾਵਾਂ ਬਣੀਆਂ ਹੋਈਆਂ, ਜਿਹੜੀਆਂ ਹੈਗੀਆਂ ਜੋ ਵੀ ਆਪਾਂ ਨੇ ਜਿਹੜੇ ਹੈਗੇ ਆ ਰਹਿਤ ਮਰਿਆਦਾ ਕਹੋ, ਉਹ ਸਾਰੀ ਜਿਹੜੀ ਹੈਗੀ ਆ ਉਸ ਨੂੰ ਜਿਹੜਾ ਹੈਗਾ ਝਾਤੀ ਮਾਰਨ ਨੂੰ ਕਹਿ ਰਹੀ ਹੈ ਇਹ ਬਾਣੀ ਜਿਹੜੀ ਹੈਗੀ ਆ। ਔਰ ਇਹ ਜਿਹੜੀ ਵਿਚਾਰ ਹੈਗੀ ਆ, ਇਹ ਆਪਣੀ ਵਿਚਾਰ ਹੈਗੀ, ਇਹਦਾ ਸਾਡਾ ਕੋਈ ਜਿਹੜਾ ਹੈਗਾ ਇਹਦਾ ਦਾਵਾ ਨਹੀਂ ਹੈਗਾ। ਔਰ ਜੇ ਕੋਈ ਜਿਹੜਾ ਹੈਗਾ, ਆਪਾਂ ਸਾਰਿਆਂ ਨੂੰ ਦੇਖੋ, ਜਿੰਨੇ ਵੀ ਆਪਾਂ ਜੁੜੇ ਹੋਏ ਹਾਂ, ਸਾਰਿਆਂ ਨੂੰ ਬੇਨਤੀ ਹੈਗੀ ਕਿ ਉਸੇ ਟਾਈਮ ਜਿਹੜਾ ਹੈਗਾ ਮੈਨੂੰ ਰੋਕ ਦੇਣਾ ਜੇ ਕਿਤੇ ਮੈਂ ਕੋਈ ਗਲਤ ਜਿਹੜਾ ਬੋਲ ਰਿਹਾ ਹੋਵਾਂ। ਪਰ ਇੱਕ ਗੱਲ ਹੈਗੀ ਆ ਬਈ ਮਹਾਰਾਜ ਜਿਹੜੇ ਹੈਗੇ, ਮਹਾਰਾਜ ਨੂੰ ਸਾਖੀ ਕਰਕੇ ਮੈਂ ਜਿਹੜਾ ਹੈਗਾ ਇੱਕ ਗੱਲ ਕਹਿ ਰਿਹਾ ਬਈ ਮਹਾਰਾਜ ਕਿਤੇ ਮੈਨੂੰ ਨਾ ਤੁਹਾਡੇ ਗਿਆਨ ਦੇ ਨਾਲ ਜਿਹੜਾ ਹੈਗਾ ਮੈਂ ਕਿਤੇ ਸਮਝੌਤਾ ਨਾ ਕਰ ਪਾਵਾਂ, ਬਸ ਇੰਨੀ ਕੁ ਬੇਨਤੀ ਹੈ। ਮਹਾਰਾਜ ਮਿਹਰ ਕਰਨ ਔਰ ਇਹ ਗਿਆਨ ਜਿਹੜਾ ਹੈਗਾ ਆਪਾਂ ਨੂੰ ਦੇਣ। ਸ਼ਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਂ ਮੈਂ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹੋ ਕਰੀ ਨਾ ਹੋਈ। ਦੁੱਖ ਦਾਰੂ ਸੁਖ ਰੋਗ ਭਇਆ। ਇਹਦੇ 'ਚ ਮਹਾਰਾਜ ਕਹਿ ਰਹੇ ਆ ਵੀ ਮਾਲਕਾ ਤੇਰਾ ਜਿਹੜਾ ਹੈਗਾ, ਤੇਰਾ ਬਿਲਕੁਲ ਜਿਹੜਾ ਹੈਗਾ ਕਾਨੂੰਨ ਜਿਹੜਾ ਹੈਗਾ, ਤੇਰਾ ਜਿਹੜਾ ਹੈਗਾ, ਤੂੰ ਜਿਹੜਾ ਇਹ ਸੰਸਾਰ ਬਣਾਇਆ ਹੋਇਆ ਆ, ਇਹਦੇ ਵਿੱਚ ਜਿਹੜਾ ਹੈਗਾ ਆਪੋਜ਼ਿਟ ਕੰਮ ਕਰ ਰਹੀ ਹੈ। ਦੁੱਖ ਜਿਹੜਾ ਹੈਗਾ ਉਹ ਦਵਾਈ ਦਾ ਕੰਮ ਕਰ ਰਿਹਾ, ਅਤੇ ਸੁੱਖ ਜਿਹੜਾ ਹੈਗਾ ਰੋਗ ਦਾ ਕੰਮ ਕਰ ਰਿਹਾ ਹੈ। ਸੁੱਖ ਜਿਹੜਾ ਹੈਗਾ ਰੋਗ ਪੈਦਾ ਕਰ ਰਿਹਾ ਹੈ, ਔਰ ਦੁੱਖ ਜਿਹੜਾ ਹੈਗਾ ਉਹ ਦਵਾਈ ਦਾ ਕੰਮ ਕਰ ਰਿਹਾ ਹੈ। ਦੁੱਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਂ ਮੈਂ ਨਾ ਹੋਈ। ਔਰ ਜੇ ਉਹ ਸੁੱਖ ਆ ਜਾਏ ਇਨਸਾਨ ਦੇ ਕੋਲ, ਫਿਰ ਜਿਹੜਾ ਹੈਗਾ ਇਹ ਰੋਗ ਹੋਏਗਾ ਹੀ ਨਹੀਂ। ਤਾਮ ਜਿਹੜਾ ਹੈ ਤਮਾ, ਤਾਂ ਇਹ ਜਿਹੜੀ ਹੈਗੀ ਤ੍ਰਿਗੁਣੀ ਮਾਇਆ ਜਿਹੜੀ ਹੈਗੀ ਵਰਤੇ ਹੀ ਨਹੀਂ। ਦੁੱਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਂ ਮੈਂ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹੋ ਕਰੀ ਨਾ ਹੋਈ। ਮਾਲਕਾ ਤੂੰ ਕਰਤਾ ਹੈਗਾ ਆ, ਮੈਂ ਬਿਲਕੁਲ ਨਹੀਂ ਕੁਛ ਕਰਨ ਜੋਗਾ। ਤੂੰ ਕਰਤਾ ਕਰਨਾ ਮੈਂ ਨਾਹੀ, ਮੈਂ ਨਹੀਂ ਕੁਛ ਕੀਤਾ। ਜਾਂ ਹੋ ਕਰੀ ਨਾ ਹੋਈ, ਜੇ ਮੈਂ ਕਰਦਾ ਹੈ ਨਹੀਂ ਹੋਊਗਾ ਮਾਲਕਾ, ਨਹੀਂ ਹੋਊਗਾ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹੋ ਕਰੀ ਨਾ ਹੋਈ। ਬਲਿਹਾਰੀ ਹਾਂਜੀ ਹਾਂਜੀ। ਤੂੰ ਕਰਤਾ ਕਰਨਾ ਵੀ ਆਮ ਜਿਹੜਾ ਕਹਿੰਦੇ ਘੁਮਾਰ ਭਾਂਡੇ ਬਣਾਉਂਦਾ, ਉਹ ਕਰਤਾ ਹੈਗਾ ਭਾਂਡੇ ਬਣਾਉਣ ਵਾਲਾ, ਲੇਕਿਨ ਭਾਂਡੇ ਆਪ ਨਹੀਂ ਹੈਗਾ। ਤੇ ਜੇ ਆਪਾਂ ਦੇਖੀਏ ਵੀ ਸੰਸਾਰ ਬਣਾਇਆ ਸੱਚੇ ਪਾਤਸ਼ਾਹ ਨੇ, ਤੇ ਉਹਦਾ ਕਾਰਨ ਵੀ ਉਹ ਆਪ ਹੀ ਹੈ। ਤੂੰ ਕਰਤਾ ਕਰਨਾ, ਬਿਲਕੁਲ ਕਾਰਨ ਵੀ ਆਪ ਹੀ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਕਾਰਨ ਵੀ ਆਪ ਹੀ ਹੈ, ਔਰ ਭਾਂਡਿਆਂ ਦੇ ਵਿੱਚ ਆਪ ਵਰਤ ਵੀ ਰਿਹਾ ਹੈ। ਕਾਰਨ ਕਰਤਾ ਰਹੀਮ, ਕਾਰਨ ਕਰਤਾ ਰਹੀਮ, ਕਾਰਨ ਕਰਨ ਰਹੀਮ। ਤੂੰ ਕਰਤਾ ਕਰਨਾ ਮੈਂ ਨਾਹੀ। ਹਾਂਜੀ ਵੀਰ ਜੀ। ਜਿਹੜਾ ਹਉਂ ਆ ਉਹਦਾ ਤੁਸੀਂ ਛੱਡ ਗਏ ਹੋ, ਵੀ ਉਹ ਬਹੁਤ ਜ਼ਰੂਰੀ
ਇੰਪੋਰਟੈਂਟ ਗੱਲ ਹੈਗੀ ਹੈ ਇੱਥੇ ਨਾ। ਹਾਂ ਬਿਲਕੁਲ। ਉਹਦਾ ਵੀ ਥੋੜਾ ਜਿਹਾ ਦੱਸੋ। ਹਾਂ, ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹਉ ਕਰੀ। ਕਹਿੰਦੇ ਜੇ ਮੈਂ ਕਰਦਾ ਤੇ ਹਉਮੈ ਦੇ ਅਧੀਨ ਹੋ ਕੇ ਹੀ ਕਰਦਾ। ਮੈਂ ਜਿਹੜਾ ਹੈਗਾ ਇਹੀ ਜਿਹੜੀ ਹੈਗੀ ਆ, ਇਹੀ ਜਿਹੜਾ ਹੈਗਾ ਹਰਡਲ ਹੈਗੀ ਆ, ਇਹੀ ਮਾਲਕ ਪਰਮਾਤਮਾ ਨੇ ਜਿਹੜੀ ਹੈਗੀ ਆ, ਇਹੀ ਇੱਕ ਹਉਮੈ ਮਾਲਕ ਵੱਲੋਂ ਪਾਈ ਗਈ ਆ ਆਪਣੇ ਅੰਦਰ। ਇਸੇ ਨੂੰ ਆਪਾਂ ਨੇ ਜਿਹੜਾ ਹੈਗਾ ਇਹੀ ਗੇਮ ਹੈਗੀ, ਉਹ ਇਸੇ ਨੂੰ ਜਿੱਤਣਾ ਹੈਗਾ। ਜਾਂ ਹਉ ਕਰੀ ਨਾ ਹੋਈ। ਜੇ ਮੈਂ ਹਉਮੈ ਦੇ ਅਧੀਨ ਕਰਦਾ ਕੁਛ ਵੀ ਨਹੀਂ ਹੋਏਗਾ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਕਹਿੰਦੇ ਬਲਿਹਾਰਿਆਂ ਮਾਲਕਾ, ਤੇਰੇ ਤੋਂ ਬਲਿਹਾਰਿਆਂ। ਤੂੰ ਤਾਂ ਆਪਣੀ ਕੁਦਰਤ ਦੇ ਵਿੱਚ ਵਸ ਰਿਹਾ ਹੈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਔਰ ਤੇਰਾ ਅੰਤ ਜਿਹੜਾ ਹੈਗਾ ਲਖਿਆ ਨਹੀਂ ਜਾ ਸਕਦਾ। ਰਹਾਓ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਿਹਾ। ਜਾਤ ਮਹਿ ਜੋਤ, ਜਿੰਨੀਆਂ ਵੀ ਮਾਲਕ ਨੇ ਵੈਰਾਇਟੀ ਬਣਾਈ ਹੋਈ ਆ, ਜਿੰਨੀਆਂ ਵੀ ਜਾਤਾਂ ਹੈਗੀਆਂ ਵੈਰਾਇਟੀ 84 ਲੱਖ ਜੂਨਾਂ ਬਣਾਤੀਆਂ ਮਾਲਕ ਪਰਮਾਤਮਾ ਨੇ, ਸਾਰਿਆਂ ਦੇ ਵਿੱਚ ਉਹ ਮਾਲਕ ਦੀ ਜੋਤ ਹੈਗੀ। ਜੋਤਾਂ ਦੇ ਵਿੱਚ ਜੋਤ ਮਹਿ ਜਾਤਾ, ਜੋਤਾਂ ਦੇ ਵਿੱਚ ਹੀ ਜਾਤਾਂ ਹੈਗੀਆਂ ਸਾਰੀਆਂ ਦੀਆਂ ਸਾਰੀਆਂ। ਅਕਲ ਕਲਾ ਭਰਪੂਰ ਹੈ। ਅਕਲ ਕਲਾ ਕੀ ਹੈਗੀ? ਉਹਦੀ ਐਂਡ ਹੈ ਅਕਲ ਕਲਾ। ਅਕਲ ਕਲਾ ਦਾ ਐਂਡ ਹੈ। ਉਹਦੀ ਕਲਾ ਨੂੰ ਜਿਹੜਾ ਹੈਗਾ ਆਪਾਂ ਹੋਰ ਪਾਰਟਸ ਨਹੀਂ ਕਰ ਸਕਦੇ। ਅਕਲ ਕਲਾ ਭਰਪੂਰ ਹੈ। ਉਹਦਾ ਕੀਤਾ ਹੋਇਆ ਉਹਦੇ ਵਿੱਚ ਕੋਈ ਗਲਤੀ ਨਹੀਂ ਕੱਢ ਸਕਦਾ। ਐਸੀ ਕਲਾ ਹੈ ਉਹਦੇ ਕੋਲ, ਮਾਲਕ ਪਰਮਾਤਮਾ ਦੇ ਕੋਲ ਭਰਪੂਰ ਹੈਗੀ, ਭਰਪੂਰ ਰਿਹਾ। ਹਾਂਜੀ, ਅਕਲ ਕਲਾ ਦਾ ਇਸ ਤਰ੍ਹਾਂ ਵੀ ਹੋ ਸਕਦਾ ਵੀ ਅਚਲ, ਉਹਦੀ ਜਿਹੜੀ ਟੈਕਨੋਲੋਜੀ ਉਹਦੇ ਵਿੱਚ ਕੋਈ ਵੀ ਮੂਵੇਬਲ ਪਾਰਟ ਨਹੀਂ ਹੈਗਾ। ਅਕਲ ਵੀ ਅਚਲ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ ਵੀਰ ਜੀ। ਅਕਲ ਹਾਂ ਅਚਲ ਨਹੀਂ ਹੈਗਾ। ਹਾਂ, ਅਚਲ ਤੇ ਅਕਲ ਦਾ ਅਤੇ ਔਰ ਅਚਲ ਦੇ ਵਿੱਚ ਬਹੁਤ ਫਰਕ ਹੈ। ਅਕਲ ਦਾ ਮਤਲਬ ਇਹ ਵੀ ਹੋ ਸਕਦਾ ਜੀ ਕਿ ਬੇਅੰਤ ਕਲਾ, ਜਿਹਨਾਂ ਕਲਾ ਦਾ ਹਿਸਾਬ ਵੀ ਕੋਈ ਨਹੀਂ। ਅਕਲ ਬਸ ਅਕਲ ਦਾ ਮਤਲਬ ਹੈ ਉਹਦੇ ਕੋਲ ਸਾਰੀ ਕਲਾ ਹੈਗੀ, ਟੋਟਲ ਉਹਦੇ ਕੋਲ ਕਲਾ ਹੈਗੀ। ਔਰ ਉਹਨੇ ਜੋ ਉਹਦੀ ਕਿਰਤੀ ਹੈਗੀ ਆ ਉਹਦੇ ਵਿੱਚ ਜਿਹੜਾ ਹੈਗਾ ਕਮੀ ਪੇਸ਼ੀ ਨਹੀਂ ਹੈਗੀ। ਬਸ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਹਨੇ ਕੀਤੀ ਸੋ ਪਾਰ ਪਿਆ। ਤੂੰ ਸੱਚਾ ਹਮੇਸ਼ਾ ਰਹਿਣ ਵਾਲਾ ਹੈ ਔਰ ਮਾਲਕ ਹੈਗਾ ਆ, ਸਾਰਿਆਂ ਦਾ ਸਾਹਿਬ ਹੈਗਾ ਤੂੰ। ਸਿਫਤ ਸਵਾਲਿਓ, ਤੇਰੀ ਸਿਫਤ ਜਿਹੜੀ ਹੈਗੀ ਉਹ ਸੋਹਣੀ ਹੈਗੀ ਆ। ਸਿਫਤ ਸਵਾਲਿਓ ਜਿਹਨੇ ਕੀਤੀ ਸੋ ਪਾਰ ਪਿਆ। ਜਿਸਨੇ ਵੀ ਕੀਤੀ ਹੈ ਤੇਰੀ ਸਿਫਤ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਆਹੀ ਇੱਕ ਰਸਤਾ ਹੈਗਾ ਨਿਕਲਣ ਦਾ। ਉਹ ਮਾਲਕ ਪਰਮਾਤਮਾ ਜਿਹੜਾ ਸਭ ਤੋਂ ਉੱਪਰ ਹੈਗਾ ਔਰ ਹਮੇਸ਼ਾ ਰਹਿਣ ਵਾਲਾ ਹੈਗਾ, ਜੇ ਉਹਦੇ ਨਾਲ ਜੁੜ ਜਾਈਏ ਆਪਾਂ ਤੇ ਸੁਖੈਨੀ ਪਾਰ ਨਿਕਲ ਜਾਵਾਂਗੇ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਹਨੇ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਗੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਕਹਿੰਦੇ ਉਸ ਮਾਲਕ ਦੀ ਗੱਲ ਕਰ ਪਿਆਰਿਆ, ਉਸ ਮਾਲਕ ਦੀ ਗੱਲ ਕਰ, ਉਸ ਮਾਲਕ ਦੀ ਗੱਲ ਕਰ, ਉਸ ਮਾਲਕ ਦੀ ਭਗਤੀ ਕਰ, ਉਸ ਮਾਲਕ ਨੂੰ ਯਾਦ ਕਰ। ਜੋ ਕੁਛ ਵੀ ਕਰ ਰਿਹਾ ਕਰਨਾ ਹੈ ਉਹਨੇ, ਉਹ ਕਰ ਰਿਹਾ ਹੈ ਮਾਲਕ ਪਰਮਾਤਮਾ। ਤੂੰ ਕਿਉਂ ਬਾਦਰ ਕਰ ਰਿਹਾ ਹੈ? ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਮਹਲਾ ਦੂਜਾ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੈ। ਇਹ ਜਿਹੜਾ ਹੈਗਾ ਇਸ ਤਰ੍ਹਾਂ ਦੀ ਧਾਰਨਾ ਸੀਗੀ। ਹਾਲੇ ਵੀ ਜਿਹੜਾ ਹੈਗਾ ਵੇਦਾਂ ਸ਼ਾਸਤਰਾਂ ਦੇ ਵਿੱਚ ਇਹ ਹੈਗੇ ਬਈ ਜੋਗੀ ਹੈਗੇ, ਉਹਨਾਂ ਨੂੰ ਗਿਆਨ ਲੈਣਾ ਹੈ। ਜੋਗੀ ਦਾ ਮਤਲਬ ਹੈ ਯੋਗਾਂ ਦਾ ਕੰਮ ਕੀ ਹੈਗਾ। ਯੋਗਾਂ ਦਾ ਉਹਨਾਂ ਦਾ ਜਿਹੜਾ ਹੈਗਾ ਗਿਆਨ ਲੈਣਾ ਹੈ। ਉਹਨਾਂ ਦਾ ਧਰਮ ਸ਼ਬਦੰ ਮਤਲਬ ਧਰਮ, ਜੋਗੀਆਂ ਦਾ ਧਰਮ ਗਿਆਨ ਲੈਣਾ ਹੈਗਾ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ। ਔਰ ਬ੍ਰਾਹਮਣ ਜਿਹੜੇ ਹੁੰਦੇ ਆ ਉਹਨਾਂ ਦਾ ਕੰਮ ਹੈਗਾ ਭਾਈ ਇਹ ਵੇਦਾਂ ਦਾ, ਇਹ ਗਿਆਨ ਦੇ ਧਰਮ ਗ੍ਰੰਥ ਹੈਗੇ, ਇਹਨਾਂ ਦਾ ਵਿਚਾਰ ਕਰਨਾ। ਖੱਤਰੀ ਸ਼ਬਦੰ ਸੂਰ ਸ਼ਬਦੰ, ਖੱਤਰੀ ਜਿਹੜੇ ਛਤਰੀ ਹੈਗੇ ਉਹਨਾਂ ਦਾ ਕੰਮ ਹੈ ਸੂਰਮਤਾਈ, ਬਹਾਦਰੀ ਜਿਹੜੀ ਹੈਗੀ ਆ। ਸ਼ੂਦਰ ਸ਼ਬਦੰ ਪ੍ਰਾਕਿਰਤ, ਔਰ ਸ਼ੂਦਰ ਜਿਹੜੇ ਵਿਚਾਰੇ
ਜਿਹੜੇ ਹੈਗੇ ਨੀਵੀਂ ਜਾਤ ਦੇ ਹੈਗੇ, ਕਹਿੰਦੇ ਉਹਨਾਂ ਦਾ ਕੰਮ ਹੈ ਦੂਸਰਿਆਂ ਦੀ ਸੇਵਾ ਕਰਨਾ। ਇਹ ਸਿਰਫ ਜਿਹੜਾ ਹੈਗਾ ਇਹ ਇਹਨਾਂ ਦੇ ਸ਼ਾਸਤਰਾਂ ਦੇ ਅਨੁਸਾਰ ਕਹਿੰਦੇ ਆ, ਇਸ ਤਰੀਕੇ ਨਾਲ ਵੰਡ ਪਾਈ ਹੋਈ ਹੈ। ਦੂਸਰੀ ਪਾਤਸ਼ਾਹੀ ਕਹਿ ਰਹੀ ਹੈ, ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਿਰਤੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ। ਕਹਿੰਦੇ ਭਾਈ ਨਹੀਂ ਇਸ ਤਰ੍ਹਾਂ ਹੈਗਾ, ਨਹੀਂ ਇਸ ਤਰ੍ਹਾਂ ਹੈਗਾ। ਸਾਰਿਆਂ ਦੇ ਵਾਸਤੇ ਜਿੰਨੇ ਵੀ ਮਨੁੱਖ ਹੈਗੇ ਆ, ਭਾਵੇਂ ਉੱਚੀ ਨੀਵੀਂ ਕਿਹੜੇ ਮਰਜ਼ੀ ਜੋਗੀ ਜਿਹੜੇ ਆ ਬ੍ਰਾਹਮਣ ਖੱਤਰੀ ਤੇ ਸ਼ੂਦਰ ਕੋਈ ਵੀ ਹੈਗਾ, ਸਾਰਿਆਂ ਦਾ ਧਰਮ ਇੱਕੋ ਹੀ ਹੈਗਾ। ਉਹ ਹੈਗਾ ਪਰਮੇਸ਼ਰ ਦਾ ਨਾਮ, ਪਰਮੇਸ਼ਰ ਦੀ ਬੰਦਗੀ ਕਰਨੀ। ਮਾਲਕ ਦੇ ਹੁਕਮ ਆ ਹੈਗਾ, ਮਾਲਕ ਪਰਮਾਤਮਾ ਦਾ ਹੁਕਮ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ। ਜੇ ਕੋਈ ਇਸ ਭੇਤ ਨੂੰ ਜਾਣ ਲਏਗਾ, ਜੇ ਇਸ ਭੇਤ ਨੂੰ ਜਿਹਨੇ ਵੀ ਜਾਣ ਲਿਆ, ਭਾਵੇਂ ਉਹ ਬ੍ਰਾਹਮਣ ਹੈਗਾ, ਭਾਵੇਂ ਉਹ ਖੱਤਰੀ ਹੈਗਾ, ਭਾਵੇਂ ਉਹ ਜਿਹੜਾ ਹੈਗਾ ਕਿਹੜੇ ਆ ਤੇ ਥਰਡ ਕੈਟੇਗਰੀ ਜੀ ਵੈਸ਼ ਹੈਗਾ ਅਤੇ ਜਾਂ ਸ਼ੂਦਰ ਹੈਗਾ, ਕੋਈ ਵੀ ਹੈਗਾ। ਕਹਿੰਦੇ ਤਿੰਨਾਂ ਦੇ ਭਾਵੇਂ ਜੋਗੀ ਹੈਗਾ, ਸਾਰਿਆਂ ਦਾ ਕਹਿੰਦੇ ਹੈਗੇ ਆ ਇੱਕੋ ਹੀ ਧਰਮ ਹੈਗਾ। ਜੇ ਇਸ ਭੇਤ ਨੂੰ ਕੋਈ ਵੀ ਜਾਣ ਲਏਗਾ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਕਹਿੰਦੇ ਉਹ ਤਾਂ ਮਾਲਕ ਪਰਮਾਤਮਾ ਦਾ ਰੂਪ ਹੋ ਜਾਏਗਾ ਭਾਈ, ਜਿਹੜਾ ਇਸ ਭੇਤ ਨੂੰ ਜਾਣ ਲਏਗਾ। ਸਰਬ ਸ਼ਬਦੰ ਏਕ ਸ਼ਬਦੰ ਆ ਭੇਤ ਹੈਗਾ, ਸਾਰਿਆਂ ਦੇ ਵਾਸਤੇ ਇੱਕੋ ਹੀ ਹੁਕਮ ਹੈਗਾ ਪਰਮਾਤਮਾ ਦਾ, ਉਹ ਹੈਗਾ ਪਰਮਾਤਮਾ ਦੀ ਭਗਤੀ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਕਹਿੰਦੇ ਮੈਂ ਤਾਂ ਉਹਦਾ ਦਾਸ ਹਾਂ ਭਾਈ, ਉਹ ਤਾਂ ਮਾਲਕ ਪਰਮਾਤਮਾ ਦਾ ਨਿਰੰਜਨ ਦਾ ਰੂਪ ਹੋ ਜਾਏਗਾ। ਸੋਈ ਨਿਰੰਜਨ ਦਿਓ, ਪ੍ਰਕਿਰਤੀ ਦੀ ਕੈਦ ਚੋਂ ਬਾਹਰ ਹੋ ਜਾਏਗਾ। ਉਹ ਆਤਮਾ ਹੈ, ਆਤਮਾ ਪ੍ਰਕਾਸ਼ ਹੈਗਾ। ਉਹ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਮਹੱਲਾ ਦੂਜਾ, ਏਕ ਕ੍ਰਿਸ਼ਨੰ ਸਰਬ ਦੇਵਾ। ਦੇਵ ਦੇਵਾ ਤਾਂ ਆਤਮਾ। ਇਹ ਕ੍ਰਿਸ਼ਨੰ ਜਿਹੜਾ ਹੈਗਾ ਉਹ ਇਹ ਸ਼੍ਰੀ ਕ੍ਰਿਸ਼ਨ ਜੀ ਉੱਤੇ ਨਹੀਂ ਹੈਗੇ, ਇਹ ਕ੍ਰਿਸ਼ਨ ਜਿਹੜਾ ਹੈ ਪਰਮਾਤਮਾ ਦੇ ਉੱਤੇ ਹੈ। ਪਰਮਾਤਮਾ ਦੀ ਗੱਲ ਕਰ ਰਹੇ ਮਹਾਰਾਜ। ਏਕ ਕ੍ਰਿਸ਼ਨੰ ਸਰਬ ਦੇਵਾ, ਕਹਿੰਦੇ ਸਾਰਿਆਂ ਦਾ ਦੇਵ ਉਹ ਮਾਲਕ ਪਰਮਾਤਮਾ, ਉਹ ਆਪ ਹੈਗਾ, ਉਹ ਕ੍ਰਿਸ਼ਨ। ਦੇਵ ਦੇਵਾ ਤਾਂ ਆਤਮਾ, ਸਾਰੇ ਦੇਵਤਿਆਂ ਦੇ ਦੇਵ ਦੇਵਾ ਸਾਰਿਆਂ ਦੀ ਆਤਮਾ ਉਹ ਮਾਲਕ ਪਰਮਾਤਮਾ ਹੈਗੀ। ਪਰਮਾਤਮਾ ਉਹ ਹੈਗਾ, ਉਹ ਕ੍ਰਿਸ਼ਨ, ਉਹ ਮਾਲਕ ਪਰਮਾਤਮਾ ਸਾਰਿਆਂ ਦੀ ਆਤਮਾ ਹੈਗੀ। ਏਕ ਕ੍ਰਿਸ਼ਨੰ ਸਰਬ ਦੇਵਾ, ਸਾਰਿਆਂ ਦੀ ਆਤਮਾ ਹੈਗੀ, ਉਹ ਪ੍ਰਕਾਸ਼ ਰੂਪ ਹੈ ਮਾਲਕ ਪਰਮਾਤਮਾ। ਦੇਵ ਦੇਵਾ ਤਾਂ ਆਤਮਾ, ਬਾਕੀ ਜਿਹੜੇ ਹੈਗੇ ਆ ਸਾਰਿਆਂ ਦੇ ਵਿੱਚ ਜਿਹੜੀ ਆਤਮਾ ਹੈਗੀ, ਦੇਵਤਿਆਂ ਦੇ ਵਿੱਚ ਜਿਹੜੀ ਹੈਗੀ ਪ੍ਰਕਾਸ਼ ਰੂਪ, ਉਹ ਸਾਰੀ ਉਹੀ ਮਾਲਕ ਪਰਮਾਤਮਾ ਹੀ ਹੈਗਾ। ਉਸੇ ਤੋਂ ਜਿਹੜੀਆਂ ਹੈਗੀਆਂ ਸਾਰਿਆਂ ਦੇ ਵਿੱਚ ਜੋਤ ਹੈਗੀ ਆ, ਇਹ ਸਾਰੇ ਸਰੀਰਾਂ ਦੇ ਵਿੱਚ। ਆਤਮਾ ਵਾਸੁਦੇਵस्य ਜੇ ਕੋ ਜਾਣੇ ਭਿਓ। ਆਤਮਾ ਵਾਸੁਦੇਵस्य। ਵਾਸੁਦੇਵ ਕੌਣ ਸੀਗੇ? ਵਾਸੁਦੇਵ ਕ੍ਰਿਸ਼ਨ ਜੀ ਦੇ ਪਿਤਾ ਸੀਗੇ। ਕਹਿੰਦੇ ਆਤਮਾ ਕੀ ਹੈਗੀ? ਕਹਿੰਦੇ ਆਤਮਾ ਕਿੱਥੋਂ ਆਈ? ਆਤਮਾ ਇਹ ਸਾਰਿਆਂ ਦੇ ਵਿੱਚ ਆਤਮਾ ਕਿੱਥੋਂ ਆਈ? ਇਹਨਾਂ ਦਾ ਪਿਓ ਕੌਣ ਹੈ? ਕਹਿੰਦੇ ਇਹਨਾਂ ਦਾ ਪਿਓ ਉਹੀ ਵਾਸੁਦੇਵस्य, ਉਹੀ ਸਰਬ ਦੇਵਾ, ਉਹੀ ਕ੍ਰਿਸ਼ਨ, ਸਾਰਿਆਂ ਦਾ ਮਾਲਕ ਪਰਮਾਤਮਾ ਉਹ ਹੈਗਾ ਭਾਈ। ਆਤਮਾ ਵਾਸੁਦੇਵस्य ਜੇ ਕੋ ਜਾਣੇ ਪਿਓ। ਜੇ ਕੋਈ ਇਸ ਭੇਤ ਨੂੰ ਜਾਣ ਲੈਂਦਾ ਹੈ। ਪਹਿਲਾਂ ਵੀ ਮਹਾਰਾਜ ਨੇ ਪਹਿਲੇ ਸ਼ਲੋਕ 'ਚ ਵੀ ਕਿਹਾ ਸੀ ਜੇ ਕੋ ਜਾਣੇ ਪਿਓ, ਇੱਥੇ ਵੀ ਮਹਾਰਾਜ ਕਹਿ ਰਹੇ ਆ ਭੇਤ ਨੂੰ ਜੇ ਕੋਈ ਜਾਣ ਲੈਂਦਾ ਹੈ। ਆਤਮਾ ਵਾਸੁਦੇਵस्य ਜੇ ਕੋ ਜਾਣੇ ਪਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਫਿਰ ਦੇਖ ਲਓ ਦੂਸਰੀ ਪਾਤਸ਼ਾਹੀ ਕਹਿ ਰਹੀ ਹੈ, ਔਰ ਉਹ ਵੀ ਦੂਸਰੀ ਪਾਤਸ਼ਾਹੀ ਦਾ ਹੀ ਸੀਗਾ। ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਉਹੀ ਪ੍ਰਕਾਸ਼ ਰੂਪ, ਉਹ ਮਾਲਕ ਪਰਮਾਤਮਾ ਦਾ ਰੂਪ ਹੈਗਾ। ਨਿਰੰਜਨ, ਮਾਇਆ ਤੋਂ ਰਹਿਤ। ਮਹੱਲਾ ਪਹਿਲਾ। ਹੁਣ ਜਿਹੜਾ ਹੈਗਾ ਇਹ ਪਹਿਲੀ ਪਾਤਸ਼ਾਹੀ ਜਿਹੜੀ ਹੈਗੀ ਭੇਤ ਦੱਸ ਰਹੇ ਬਈ ਇਹ ਕਿਸ ਤਰ੍ਹਾਂ ਜਿਹੜੀ ਹੈਗੀ ਆ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਪਰਮਾਤਮਾ ਜਿਹੜੀ ਹੈਗੀ ਉਹ ਜਿਹੜੀ ਹੈਗੀ ਆ ਕਿਸ ਤਰ੍ਹਾਂ ਜਿਹੜੀ ਹੈਗੀ ਸਾਰੇ ਜੀਵਾਂ ਦੇ ਵਿੱਚ ਜਿਹੜੀ ਹੈਗੀ ਉਹ ਆਤਮਾ ਜਿਹੜੀ ਹੈਗੀ ਆ ਜਾਂਦੀ ਹੈ, ਕਿਸ ਤਰੀਕੇ ਦੇ ਨਾਲ ਆ ਜਾਂਦੀ ਹੈ।
ਇਹ ਵੀ ਜੀ ਅਕਲ ਕਲਾ ਭਰਪੂਰ ਦਾ ਹੀ ਵਿਆਖਿਆ ਸਾਰੀ ਹੋਈ। ਅਕਲ ਕਲਾ ਜਿਹੜੀ ਉਹ ਕਲਾ ਜਿਹੜੀ ਅਕਲ ਤੋਂ ਮਤਲਬ ਅੱਗੇ ਹੀ ਹੈ ਸਭ। ਮਤਲਬ ਕਲਾ ਐਸੀ ਹੈ ਜਿਹੜੀ ਅਕਲ ਹੈ ਮਤਲਬ, ਹਨਾ। ਹਾਂਜੀ ਹਾਂਜੀ। ਮਹੱਲਾ ਪਹਿਲਾ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਕਹਿੰਦੇ ਦੇਖੋ ਇਸ ਤਰ੍ਹਾਂ ਹੈਗਾ, ਪਾਣੀ ਜਿਹੜਾ ਹੈਗਾ ਕੋਈ ਬਰਤਨ ਤੋਂ ਬਗੈਰ, ਘੜੇ ਤੋਂ ਬਗੈਰ ਜਿਹੜਾ ਹੈਗਾ ਪਾਣੀ ਠਹਿਰ ਨਹੀਂ ਸਕਦਾ, ਪਾਣੀ ਨੂੰ ਰੋਕ ਨਹੀਂ ਸਕਦੇ ਤੁਸੀਂ। ਕੁੰਭੇ ਬੱਧਾ, ਕੁੰਭੇ ਦੇ ਨਾਲ ਬੰਨਿਆ, ਜੇ ਕੁੰਭ ਹੋਏਗਾ ਤੇ ਉਹਦੇ ਵਿੱਚ ਪਾਣੀ ਜਿਹੜਾ ਹੈ ਬੰਨਿਆ ਗਿਆ, ਪਾਣੀ ਮਰਿਆਦਾ ਦੇ ਵਿੱਚ ਆ ਗਿਆ, ਪਾਣੀ ਨਹੀਂ ਮੂਵਮੈਂਟ ਕਰ ਸਕਦਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਔਰ ਕੁੰਭ ਜਿਹੜਾ ਹੈਗਾ ਉਹ ਕਿੱਥੋਂ ਪੈਦਾ ਹੋਇਆ? ਕਹਿੰਦੇ ਪਾਣੀ ਤੋਂ ਬਗੈਰ ਕੁੰਭ ਨਹੀਂ ਬਣ ਸਕਦਾ। कुंभे बद्धा जल रहे, जल बिन कुंभ ना होए। ज्ञान का बद्धा मन रहे, गुर बिन ज्ञान ना होए। आ देख लो भाई, कहते ਉੱਪਰ ਜਿਹੜਾ ਹੈਗਾ ਇਹ ਘੜੇ ਦੀ ਗੱਲ ਨਹੀਂ ਹੋ ਰਹੀ, ਉੱਪਰ ਜਿਹੜੀ ਗੱਲ ਹੋ ਰਹੀ ਹੈ ਉਸੇ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਮਾਲਕ ਨੇ ਜਿਹੜਾ ਹੈਗਾ ਹਰੇਕ ਦੇ ਸਰੀਰ ਦੇ ਵਿੱਚ ਜਿਹੜੀ ਆਤਮਾ ਨੂੰ ਠਹਿਰਾ ਦਿੱਤਾ। ਕਿਸ ਤਰ੍ਹਾਂ ਜਿਹੜੇ ਕੁੰਭ ਬਣਾਤੇ ਸਾਰੇ ਦੇ ਸਾਰੇ, ਉਹਦੇ ਵਿੱਚ ਉਹ ਜਲ ਪਰਮਾਤਮਾ ਦੀ ਅੰਸ਼ ਜਿਹੜਾ ਹੈਗਾ ਟਿਕ ਗਿਆ ਆ ਕੇ। ਇਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਕੁੰਭ ਬਣਾਇਆ ਹੈ, ਸਰੀਰ ਬਣਾਇਆ ਹੈ, ਉਹਦੇ ਵਿੱਚ ਜਿਹੜੀ ਹੈਗੀ ਆ ਜਲ ਨੂੰ ਟਿਕਾਇਆ ਹੈ, ਆਤਮਾ ਨੂੰ ਟਿਕਾਇਆ ਮਾਲਕ ਪਰਮਾਤਮਾ ਨੇ। कुंभे बद्धा जल रहे, जल बिन कुंभ ना होए। ज्ञान का बद्धा मन रहे, गुर बिन ज्ञान ना होए। दूसरी चीज़ महाराज दस रहे, जे तू मन नू रोकना है मित्रा, मन नू रोकना है तो ज्ञान चाहिए है। ज्ञान दे नाल मन टिक जाएगा, मन नू ज्ञान हो जाएगा, भाई आ जो कर रहा है मैं इहदे नाल आ रिजल्ट आएगा, इस कारण दे नाल आ नैगेटिव हैगा, आ पॉजिटिव है, इहदे नाल आ लाभ है, आ नुकसान हैगा इस कर्म करन दे नाल। और आ मैनू भुगतना पैना है, जो भी मैं कर रहा ये मैनू भुगतना पैना है, मैनू जिहड़ा चटना पैना है जो मैं थुक रहा है। आ गल जे किसी नू पता लग जाए तो फिर वो पाप क्यों करेगा। ज्ञान का बद्धा मन रहे, गुर बिन ज्ञान ना होए। और गुरु तो बगैर ज्ञान नहीं हो सकता। ज्ञान वो जिन्हें प्रैक्टिकल किया है ज्ञान तो वो कोल हैगा, बाकी थियोरटिकल ज्ञान थोड़ी ना मेरे वर्गे चाहिए है। ज्ञान जिहड़ा हैगा गल्लां बातां दा ज्ञान ना, प्रैक्टिकल ज्ञान चाहिए। जिहदे कोल प्रैक्टिकल ज्ञान है उस तो बगैर जिहड़ा हैगा ये ज्ञान नहीं मिल सकता। महला पहला, कुंभे बद्धा जल रहे, जल बिन कुंभ ना होए। ज्ञान का बद्धा मन रहे, गुर बिन ज्ञान ना होए। पौड़ी, पढ़िया पढ़िया होवे गुनाहगार, तां ओमी साध ना मारिए। कहते देख प्यारिया, कल्ला ज्ञान जिहड़ा हैगा काम नहीं करेगा। हाँ ज्ञान जरूरी हैगा, ज्ञान नहीं हैगा तो ज्ञान नहीं हैगा तो तू ध्यान कादा करेगा, भगती किवें करेगा। पढ़िया होवे गुना, कल्ला ज्ञान लएगा, कल्ला ज्ञान लई जाएगा, पढ़ी जाएगा। वो पहला आया है पढ़ पढ़ गड्डी लदी है, पढ़ पढ़ पढ़िए साथ। कहते गुनाहगार जिहड़ा काम क्रोध लोभ मोह हंकार जिहड़े हैगे इन्हां नूं काबू दे विच नहीं रख सकेगा। तू जिहड़ा हैगा गुनाहगार हो जाएगा। पढ़िया होवे गुनाहगार तामी, तां इस करके ओमी साध ना मारिए। तू साधना कर ओम दी, भगती कर, ध्यान कर। हरि ओम। वाहेगुरु। अल्लाह। आया भाई ओमी साध, पढ़िया होवे गुनाहगार। ओमी कोई साध का नाम नहीं है, ओमी साध साध नूं औंकड़ लगी हुई है। पढ़िया होवे गुनाहगार तां ओमी साध ना मारिए, फिर तू जिहड़ा हैगा फिर गुनाहगार नहीं होएगा प्यारिया। हैं जी, कित्थे अनपढ़ किहनूं कह रहे अनपढ़? ओमी का मतलब अनपढ़ ना जी ना, बिल्कुल गलत। हाँ जी, पढ़िया होवे गुनाहगार तां ओमी साध ना मारिए।
ਫਿਰ ਓਮੀ ਸਾਧ ਅਨਪੜ੍ਹ ਸਾਧ ਨਹੀਂ ਮਾਰਿਆ ਜਾਊਗਾ, ਹੈ ਪੜ੍ਹਿਆ ਹੋਇਆ ਮਾਰਿਆ ਜਾਊਗਾ, ਗੁਨਾਹਗਾਰ ਹੋ ਜਾਏਗਾ। ਫਿਰ ਤਾਂ ਗਲਤ ਹੋ ਗਿਆ ਨਾ ਕੰਮ। ਨਹੀਂ 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 ਨਹੀਂ, ਐਵੇਂ ਨਹੀਂ ਹੈਗਾ, ਨਹੀਂ ਐਵੇਂ ਨਹੀਂ। ਉਹ ਗਿਆਨ ਲੈ ਸਕਦੇ ਆ ਨਾ, ਨਹੀਂ ਪੜ੍ਹਨਾ ਜਾਣਦੇ ਤੇ ਕਿਸੇ ਦੀ ਗੱਲ ਬੋਲ ਕੇ ਤਾਂ ਸਮਝਾ ਸਕਦਾ ਨਾ, ਗਿਆਨ ਦੇ ਸਕਦਾ ਕੋਈ ਉਹਨਾਂ ਨੂੰ। ਆਪਾਂ ਹੁਣ ਬੈਠੇ ਹਾਂ, ਕੋਈ ਨਹੀਂ ਜਾਣਦਾ ਪੜ੍ਹਾਈ ਤੇ ਉਹ ਤੇ ਮਾਲਕ ਉਹਨਾਂ ਨੂੰ ਇਹ ਸੰਗਤ ਦੇ ਦੇਗਾ, ਮਾਲਕ ਉਹਨਾਂ ਨੂੰ ਸੰਗਤ ਦੇਗਾ ਉਹਨਾਂ ਦੀ ਜਿਹੜੇ ਕਿ ਜਾਣਦੇ ਆ। ਠੀਕ ਹੈ ਜੀ। ਪੜ੍ਹਿਆ ਹੋਵੇ ਜੀ, ਇੱਕ ਵਾਰੀ ਫਿਰ ਦੱਸ, ਪੜ੍ਹਿਆ ਹੋਵੇ ਗੁਨਾਹਗਾਰ। ਹਾਂਜੀ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ। ਕਹਿੰਦੇ ਜੇ ਤੂੰ ਕੱਲਾ ਗਿਆਨ ਲਏਗਾ, ਕੱਲਾ ਗਿਆਨ ਲਈ ਜਾਏਗਾ ਤੇ ਤੂੰ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਮਾਲਕ ਨੇ ਜਿਹੜੀ ਖੇਡ ਪਾਈ ਹੈ, ਹਉਮੈ ਜਿਹੜੀ ਹੈਗੀ, ਇਸ ਤੋਂ ਜਿਹੜਾ ਹੈਗਾ ਇਹਨੂੰ ਨਹੀਂ ਜਿੱਤ ਪਾਏਗਾ ਤੇ ਇਹ ਖੇਡ 'ਚੋਂ ਹਾਰ ਜਾਏਗਾ ਤੂੰ। ਇਹ ਮਨੁੱਖੀ ਜੂਨ ਤੈਨੂੰ ਮਿਲੀ ਹੈ, ਜਿਸ ਕੰਮ ਵਾਸਤੇ ਮਿਲੀ ਹੈ ਉਹ ਪ੍ਰਯੋਜਨ ਤੇਰਾ ਪੂਰਾ ਨਹੀਂ ਹੋਏਗਾ। ਪੜ੍ਹਿਆ ਹੋਵੇ ਗੁਨਾਹਗਾਰ, ਗੁਨਾਹ ਕਰਨੋਂ ਨਹੀਂ ਤੂੰ ਜਿਹੜਾ ਹੈਗਾ ਇਹ ਬਈ ਗੁਨਾਹ ਕਰਨੋਂ ਨਹੀਂ ਬਚ ਸਕੇਗਾ। ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ, ਇਸ ਕਰਕੇ ਓਮ ਦੀ ਸਾਧਨਾ ਕਰ, ਉਸ ਧਿਆਨ ਕਰ ਪਰਮੇਸ਼ਰ ਦਾ, ਉਹਦੇ ਨਾਲ ਤੇਰੀ ਪਾਵਰ ਆਏਗੀ ਤੇਰੇ ਅੰਦਰ। ਓਮੀ ਸਾਧ ਨਾ ਮਾਰੀਏ, ਫਿਰ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਨਹੀਂ ਮਾਰਿਆ ਜਾਏਗਾ ਭਾਈ। ਨਹੀਂ ਤਾਂ ਫਿਰ ਜਿਹੜਾ ਹੈਗਾ ਇਹਨਾਂ ਨੇ ਤੈਨੂੰ ਮਾਰ ਲੈਣਾ, ਕਾਲ ਨੇ ਖਾ ਜਾਣਾ ਤੈਨੂੰ। ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ। ਇਹਦਾ ਮਹਾਰਾਜ ਕਹਿ ਰਹੇ ਕਿ ਬਈ ਇਹ ਨਹੀਂ ਕਹਿ ਰਹੇ ਕਿ ਭਈ ਪੜ੍ਹਨਾ ਨਹੀਂ ਹੈ, ਗਿਆਨ ਨਹੀਂ ਲੈਣਾ। ਮਹਾਰਾਜ ਕਹਿ ਰਹੇ ਭਾਈ ਕੱਲਾ ਗਿਆਨ ਜਿਹੜਾ, ਗਿਆਨ ਤਾਂ ਇੱਕ ਟੂਲ ਹੈਗਾ, ਗਿਆਨ ਇੱਕ ਟੂਲ ਹੈਗਾ। ਉਹ ਟੂਲ ਲੈ ਲਿਆ ਆਪਾਂ ਨੇ ਤੇ ਉਸ ਟੂਲ ਨੂੰ ਵਰਤਿਆ ਹੀ ਨਹੀਂ ਤੇ ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਨੇ ਛਤਰੀ ਲੈ ਲਈ ਔਰ ਖੋਲੀ ਨਹੀਂ ਛਤਰੀ ਬਰਸਾਤ ਦੇ ਵਿੱਚ, ਤੇ ਕਿਵੇਂ ਬਚ ਜਾਵਾਂਗੇ ਭਾਈ ਆਪਾਂ। ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ, ਜਿਹਾ ਕਾਲੇ ਕਾਲਣਾ ਤੇ ਵੇ ਹੋ ਨਾ ਉਪਚਾਰੀਏ। ਦੇਖ ਲਾ ਪਿਆਰਿਆ, ਜੋ ਕੁਛ ਵੀ ਕਰੇਗਾ ਦੁਨੀਆ ਦੇ ਵਿੱਚ ਆ ਕੇ, ਜੋ ਵੀ ਕਾਲ ਕਰੇਗਾ ਉਹ ਜਿਹਾ ਤੇਰਾ ਨਾਮ ਹੋਏਗਾ। ਉੱਥੇ ਉੱਪਰ ਜਿਹੜਾ ਹੈਗਾ ਮਾਲਕ ਪਰਮਾਤਮਾ ਦੀ ਦਰਗਾਹ ਤੇ ਬਿਲਕੁਲ ਉੱਥੇ ਸੱਚੋ ਹੀ ਸੱਚ ਨਿਬੜੇ, ਚੁਣਬੱਕ ਕੱਢੇ ਜਜ ਮਾਲਿਆ। ਜਿਹਾ ਕਾਲੇ ਕਾਲਣਾ ਤੇ ਵੇ ਹੋ ਨਾ ਉਪਚਾਰੀਏ, ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਏ। ਪਿਆਰਿਆ ਹੁਣ ਜਿਹੜਾ ਹੈਗਾ ਤੇਰੇ ਹੱਥ ਦੇ ਵਿੱਚ ਬਾਲ ਹੈਗੀ ਆ, ਦੇਖ ਲਾ ਪਿਆਰਿਆ, ਐਸਾ ਕੰਮ ਨਾ ਕਰੀ ਕਿ ਤੈਨੂੰ ਜਿਹੜਾ ਹੈਗਾ ਕਿ ਦਰਗਾਹ ਦੇ ਵਿੱਚ ਜਾ ਕੇ ਹਾਰਨਾ ਪੈ ਜਾਏ। ਇਹੋ ਜਿਹੀ ਚਾਲ ਨਾ ਕਿਤੇ ਚੱਲਣੀ। ਦੇਖ ਮਿੱਤਰਾ, ਇਹੋ ਜਿਹੀ ਚਾਲ ਨਾ ਚੱਲਣੀ, ਗੁਰੂ ਨੂੰ ਆਪਣੀ ਸਾਈਡ ਤੇ ਲੈ ਲਾ। ਐਸੀ ਕਲਾ ਨਾ ਖੇਡੀਆ, ਗੁਰੂ ਜਿਹੜੇ ਬੋਲ ਰਹੇ ਇਹ ਬੋਲ ਜਿਹੜੇ ਹੈਗੇ ਇਹਨਾਂ ਨੂੰ ਆਪਣੇ ਅੰਦਰ ਢਾਲ ਲਾ। ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਏ, ਪੜ੍ਹਿਆ ਅਤੇ ਉਮਿਆ ਵਿਚਾਰ ਅੱਗੇ ਵਿਚਾਰੀਏ। ਅੱਗੇ ਜਿਹੜਾ ਹੈਗਾ ਆਹੀ ਵਿਚਾਰ ਹੈਗਾ ਭਾਈ, ਇਹੀ ਵਿਚਾਰਿਆ ਜਾਣਾ ਹੈ ਕਿ ਇਹ ਇਨਸਾਨ ਨੇ ਪੜ੍ਹਿਆ ਵੀ ਆ ਤੇ ਉਮਿਆ ਵੀ ਹੈਗਾ, ਅਤੇ ਲਿਖਿਆ ਹੋਇਆ ਦੋਨੋਂ ਜ਼ਰੂਰੀ ਹੈਗੇ ਆ, ਪੜ੍ਹਿਆ ਅਤੇ ਉਮਿਆ। ਵਿਚਾਰ ਅੱਗੇ ਵਿਚਾਰੀਏ, ਮੋਹ ਚੱਲੇ ਸੋ ਅੱਗੇ ਮਾਰੀਏ। ਜਿਹੜਾ ਦੋਨੋਂ ਹੀ ਚੀਜ਼ਾਂ ਨਹੀਂ ਲੈਂਦਾ, ਆਪਣੇ ਮਨ ਦੇ ਹਿਸਾਬ ਨਾਲ ਚੱਲਦਾ ਹੈ ਆਪਣੇ, ਉਹ ਕਹਿੰਦੇ ਅੱਗੇ ਜਾ ਕੇ ਮਾਰਿਆ ਜਾਂਦਾ ਹੈ ਭਾਈ, ਉਹ ਮਨੁੱਖੀ ਜੂਨ ਹਾਰ ਜਾਂਦਾ ਹੈ। ਅੱਗੇ 13ਵੀਂ ਜਿਹੜੀ ਹੈਗੀ ਆ ਪੌੜੀ, ਸ਼ਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ। ਦੇਖ ਲਾ ਪਿਆਰਿਆ, ਹੁਣ ਤੇਰੇ ਕੋਲ ਮੇਰ ਹੈਗਾ, ਮੇਰ। ਇਹ ਸਰੀਰ ਤੈਨੂੰ 84 ਲੱਖ ਸਰੀਰ ਹੈਗੇ ਦੁਨੀਆ ਦੇ ਵਿੱਚ, ਕੈਟੇਗਰੀਆਂ ਹੈਗੀਆਂ 84 ਲੱਖ, ਉਹਨਾਂ ਦੇ ਵਿੱਚੋਂ ਮੇਰ ਤੇਰੇ ਕੋਲ ਹੈਗਾ। ਸਭ ਤੋਂ ਸਿਖਰਲਾ ਉੱਪਰਲਾ ਡੰਡਾ ਮੇਰੂ ਡੰਡਾ ਹੈਗਾ ਤੇਰੇ ਕੋਲ। ਮਾਲਾ ਵੀ ਹੁੰਦੀ ਹੈ, ਉਹਦਾ ਇੱਕ ਮਣਕਾ ਹੁੰਦਾ ਮੋਟਾ ਜਿਹੜਾ ਹੈਗਾ, ਉਹਨੂੰ ਕਹਿੰਦੇ ਮੇਰੂ। ਕਹਿੰਦੇ ਮੇਰੂ ਸਰੀਰ ਹੈਗਾ ਤੇਰੇ ਕੋਲ, ਸਭ ਤੋਂ ਉੱਪਰਲਾ ਸਰੀਰ ਹੈਗਾ। 84 ਲੱਖ ਜੂਨਾਂ ਹੈਗੀਆਂ, ਉਹ ਇਸ ਸਰੀਰ ਨੂੰ ਪਾਉਣ ਵਾਸਤੇ ਹੈਗੀਆਂ, ਔਰ ਤੇਰੇ ਕੋਲ ਉਹ ਸਰੀਰ ਹੈਗਾ। ਤੇਰੇ ਕੋਲ ਪ੍ਰੋਬੇਬਿਲਿਟੀ ਹੈ ਬਈ ਉਹ ਗੇਮ ਨੂੰ ਜਿੱਤ ਸਕਦਾ ਹੈ, ਇਹ ਜਿਹੜੀ ਪ੍ਰਕਿਰਤੀ ਦੀ ਪਾਈ ਹੋਈ ਹੈ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ। ਔਰ ਇਹ ਜਿਹੜਾ ਤੇਰਾ ਸਰੀਰ ਮਿਲਿਆ ਹੋਇਆ ਆ, ਇਹ ਰੱਥ ਹੈਗਾ, ਤੇ ਇਹਨੂੰ ਰੱਥ ਨੂੰ ਚਲਾਉਣ ਦੇ ਵਾਸਤੇ ਜਿਹੜਾ ਹੈਗਾ ਇੱਕ ਰਥ ਵਾਹ ਵੀ ਹੈਗਾ।
ਹੁਣ ਰਥਵਾ ਕਿਹੜਾ ਹੈਗਾ? ਰਥਵਾ ਹੈਗਾ ਕਹਿੰਦੇ ਤੇਰੇ ਅੰਦਰ ਜਿਹੜੀ ਤੇਰੀ ਆਤਮਾ ਹੈਗੀ ਉਹ ਰਥਵਾ ਹੈਗੀ ਆ। ਔਰ ਆਤਮਾ ਦੇ ਉੱਤੇ ਫਿਰ ਜਿਹੜਾ ਹੈਗਾ ਉਹ ਕਾਰਨ ਸਰੀਰ ਹੈਗਾ, ਮਨ ਹੈਗਾ। ਮਨ ਦੇ ਪ੍ਰਭਾਵ ਦੇ ਨਾਲ ਜਿਹੜਾ ਹੈਗਾ ਉਹਦਾ ਚਾਰਜ ਜਿਹੜਾ ਮਨ ਨੇ ਲਿਆ ਹੋਇਆ ਹੈ। ਉਹ ਵਿਚਾਰੀ ਹੌਲੀ ਹੌਲੀ ਬੋਲਦੀ ਤਾਂ ਹੈਗੀ ਆ, ਪਰ ਉਹਦੀ ਸੁਣਦਾ ਕੋਈ ਨਹੀਂ। ਮਨ ਜਿੱਧਰ ਨੂੰ ਜੇ ਮਰਜ਼ੀ ਆ ਉੱਧਰ ਨੂੰ ਰੱਥ ਨੂੰ ਚਲਾਉਂਦਾ ਹੈਗਾ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ, ਜੁਗ ਜੁਗ ਫੇਰ ਵਟਾਈਐ ਗਿਆਨੀ ਬੁੱਝੈ ਤਾਹੇ। ਜੁਗਾਂ ਜੁਗਾਂ ਦੇ ਵਿੱਚ ਆਹੀ ਕੰਬੀਨੇਸ਼ਨ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ ਭਾਈ। ਸਰੀਰ ਜਿਹੜਾ ਹੈਗਾ ਅਲੱਗ ਅਲੱਗ ਮਿਲੀ ਜਾਂਦਾ ਹੈ। ਔਰ ਜਿਹੜਾ ਹੈਗਾ ਰਥਵਾ ਜਿਹੜਾ ਹੈਗਾ ਉਹਦੇ ਉੱਤੇ ਵੀ ਕਾਰਨ ਸਰੀਰ ਜਿਹੜਾ ਹੈਗਾ ਉਹਦੀ ਪਰਸੈਂਟੇਜ ਜਿਹੜੀ ਹੈਗੀ ਆ, ਪਰਮੂਟੇਸ਼ਨ ਕੰਬੀਨੇਸ਼ਨ ਕੀ ਹੈਗੀ ਉਹਦੀ, ਉਹ ਅਲੱਗ ਅਲੱਗ ਹੋ ਜਾਂਦੀ ਹੈ। ਦੋਨੋਂ ਹੀ ਜਿਹੜੇ ਹੈਗੇ ਬਦਲ ਜਾਂਦੇ ਆ। ਆਤਮਾ ਉਹੀ ਹੈਗੀ ਆ, ਪਰ ਕਾਰਨ ਸਰੀਰ ਜਿਹੜਾ ਹੈਗਾ ਡਿਫਰੈਂਟ ਹੋ ਜਾਂਦਾ ਹੈ। ਔਰ ਸਰੀਰ ਜਿਹੜਾ ਹੈਗਾ ਉਹ ਵੀ ਅਲੱਗ ਅਲੱਗ ਹੋ ਜਾਂਦਾ ਹੈ। ਜੁਗ ਜੁਗ ਫੇਰ ਵਟਾਈਐ ਗਿਆਨੀ ਬੁੱਝੈ ਤਾਹੇ, ਸਤਜੁਗ ਰਥ ਸੰਤੋਖ ਕਾ ਧਰਮ ਅਗੇ ਰਥ ਵਾਹੋ। ਹੁਣ ਇਹ 4 ਯੁਗਾਂ ਦੇ ਵਿੱਚ ਜਿਹੜੇ ਹੈਗੇ ਮਹਾਰਾਜ ਨੇ ਜਿਹੜਾ ਹੈਗਾ ਇਹ ਔਰ ਜਿਹੜਾ ਹੈਗਾ ਇਹ ਧਾਰਨਾ ਵੀ ਇਸ ਤਰ੍ਹਾਂ ਦੀ ਹੈਗੀ ਆ ਵੀ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਔਰ ਇਹਦੇ ਜਿਹੜੇ ਹੈਗੇ ਇਸ ਤਰ੍ਹਾਂ ਇਹਨਾਂ ਦੀ ਸਮਾਂ ਵੀ ਦਿੱਤਾ ਹੋਇਆ ਬਈ ਤਕਰੀਬਨ ਜਿਹੜਾ ਹੈਗਾ ਉਹ 17 ਕੁ ਲੱਖ ਜਿਹੜੇ ਹੈਗੇ ਸਾਲ ਜਿਹੜੇ ਹੈਗੇ ਉਹ ਸਤਯੁਗ ਦਾ ਸਮਾਂ ਹੈਗਾ, ਅਤੇ ਤ੍ਰੇਤੇ ਦਾ ਜਿਹੜਾ ਹੈ 16 ਲੱਖ ਹੈਗਾ ਅਪਰੋਕਸੀਮੇਟਲੀ, ਔਰ ਉਹ ਦੁਆਪਰ ਦਾ 8 ਲੱਖ ਹੈਗਾ, ਔਰ ਕਲਯੁਗ ਦਾ 4 ਲੱਖ 4.5 ਲੱਖ ਕਲਯੁਗ ਦਾ ਸਮਾਂ ਹੈਗਾ। ਇਸ ਤਰੀਕੇ ਨਾਲ ਵੰਡ ਪਾਏ। ਜਿਉਂ ਜਿਹੜਾ ਹੈਗਾ ਉਹ ਧਰਮ ਦੀ ਜਿਹੜੇ ਹੈਗੇ ਪੈਰ ਘਟੀ ਜਾ ਰਹੇ ਆ, ਤਿਉਂ ਜਿਹੜਾ ਹੈਗਾ ਉਹਨਾਂ ਦੀ ਉਮਰ ਵੀ ਘਟੀ ਜਾ ਰਹੀ ਹੈ। ਪਰ ਵੀਰ ਜੀ ਜਿਹੜਾ ਆਪਾਂ ਸੁਣਦੇ ਹਾਂ ਪਿਛਲੇ 5000 ਸਾਲ ਦਾ ਇਤਿਹਾਸ ਦੇਖਦੇ ਹਾਂ ਨਾ, ਜਿਹਦੇ ਵਿੱਚ ਹੀ ਆਪਾਂ ਕਹਿੰਦੇ ਹਾਂ ਦੁਆਪਰ ਸੀ, ਤ੍ਰੇਤਾ ਸੀ, ਸਤਯੁਗ ਸੀ, ਹਨਾ, ਉਹ ਪਰ ਇਹ ਲੱਖਾਂ ਚ ਗਿਣਤੀ ਚ ਕਨਫਿਊਜ਼ਨ ਹੈ ਥੋੜਾ। ਹਾਂ ਚਲੋ ਆਪਾਂ ਤਾਂ ਜੋ ਜਿਹੜੀ ਹੈਗੀ ਇਸ ਤਰ੍ਹਾਂ ਦੇ ਜੋ ਇਤਿਹਾਸ ਹੈਗਾ, ਜੋ ਜਿਹੀ ਧਾਰਨਾ ਹੈਗੀ ਉਸ ਨੂੰ ਗੱਲ ਨੂੰ ਮੈਂ ਤਾਂ ਉਸ ਗੱਲ ਨੂੰ ਕਹਿ ਰਿਹਾ ਵੀ ਇਸ ਤਰੀਕੇ ਦੇ ਨਾਲ ਵੀ ਹੈਗਾ ਜਿਹੜੀ ਲਿਖਤ ਹੈਗੀ ਆ। ਅਤੇ ਅੱਗੇ ਜਿਹੜਾ ਇਹ ਜਿਹੜੇ ਯੁੱਗ ਤਾਂ ਜਿਹੜੇ ਹੈਗੇ ਸਤਯੁਗ ਇਹ ਤਾਂ ਹੁਣ ਹਰੇਕ ਦੇ ਅੰਦਰ ਵਰਤਦੇ ਆ ਭਾਈ। ਇਹ ਜਿਹੜੇ ਹੈਗੇ ਅਸਲੀ ਗੱਲ ਤਾਂ ਇਹੀ ਹੈ। ਹਾਂ ਬਸ ਉਹ ਗੱਲ ਆਪਾਂ ਜਿਹੜੇ ਹੈਗੇ ਹਰੇਕ ਦੇ ਅੰਦਰ ਵਰਤਦੇ ਆ, ਪਰ ਆਪਾਂ ਜਿਹੜੇ ਹੈਗੇ ਜੋ ਮਹਾਰਾਜ ਨੇ ਕਿਉਂਕਿ ਜੋ ਅਵੇਲੇਬਲ ਜਿਹੜੇ ਸੋਰਸਿਸ ਜੋ ਅਵੇਲੇਬਲ ਸੀਗਾ, ਜਿਸ ਤਰ੍ਹਾਂ ਲੋਕੀ ਜਿਹੜੇ ਹੈਗੇ ਜੇ ਗਿਆਨ ਸੀਗਾ ਲੋਕਾਂ ਦੇ ਕੋਲ, ਉਸ ਦੇ ਹਿਸਾਬ ਦੇ ਨਾਲ ਮਹਾਰਾਜ ਉਸੇ ਨੂੰ ਲੈ ਕੇ ਜਿਹੜਾ ਹੈਗਾ ਉਸ 'ਚੋਂ ਜਿਹੜਾ ਹੈਗਾ ਮਹਾਰਾਜ ਨੇ ਜਿਹੜਾ ਹੈਗਾ ਨੁਕਤੇ ਦੀ ਗੱਲ ਕਰ ਦੇਣੀ ਆ। ਸਤਯੁਗ ਰਥ ਸੰਤੋਖ ਕਾ ਧਰਮ ਅੱਗੇ ਰਥ ਵਾਹੋ, ਕਹਿੰਦੇ ਧਰਮ ਸੀਗਾ ਉਸ ਟਾਈਮ, ਰਥਵਾ ਧਰਮ ਸੀਗਾ, ਇਸ ਕਰਕੇ ਸੁਖੈਨੀ ਜਿਹੜੇ ਹੈਗੇ ਆ ਲੋਕੀ ਜਿਹੜੇ ਹੈਗੇ ਆ ਇਹ ਇਸ ਯਾਤਰਾ 'ਤੇ ਲੱਗ ਜਾਂਦੇ ਸੀਗੇ। ਤ੍ਰੇਤੇ ਰਥ ਜਤੇ ਕਾ ਜੋਰ ਅੱਗੇ ਰਥ ਵਾਹੋ, ਤ੍ਰੇਤਾ ਜਿਹੜਾ ਆ ਗਿਆ ਕਹਿੰਦੇ ਉੱਥੇ ਤੇਰੇ ਹੈਗੇ ਜੱਤ ਜਿਹੜਾ ਹੈਗਾ ਰੱਥ ਜਿਹੜਾ ਹੈਗਾ ਜੱਤ ਦਾ ਹੋ ਗਿਆ, ਕੰਟਰੋਲ ਆਫ ਸੈਂਸਿਸ ਦਾ ਹੋ ਗਿਆ, ਅਤੇ ਉੱਥੇ ਜਿਹੜਾ ਹੈਗਾ ਰਥਵਾ ਜਿਹੜਾ ਹੈਗਾ ਜ਼ੋਰ ਹੈਗਾ, ਤਾਕਤ ਜਿਹੜੀ ਹੈਗੀ, ਤਾਕਤ ਦੇ ਬਲ ਦੇ ਉੱਤੇ ਜਿਹੜਾ ਹੈਗਾ ਕੰਟਰੋਲ ਆਫ ਸੈਂਸਿਸ ਕਰਦੇ ਸੀਗੇ, ਆਪਣੇ ਜਤੀ ਰਹਿਣ ਦੀ ਕੋਸ਼ਿਸ਼ ਕਰਦੇ ਸੀਗੇ। ਦੁਆਪਰ ਰਥ ਤਪੇ ਕਾ ਸਤ ਅਗੇ ਰਥ ਵਾਹੋ, ਔਰ ਦੁਆਪਰ ਦੇ ਵਿੱਚ ਕਹਿੰਦੇ ਤਪ ਦਾ ਰਥ ਆ ਗਿਆ, ਤਪ ਕਰਨਾ ਪੈਂਦਾ ਸੀ ਕਿਉਂਕਿ ਸੱਚਾ ਆਚਰਣ ਰੱਖਣਾ ਸੀ, ਸੱਚੇ ਆਚਰਣ ਸੱਤ ਦਾ ਰਥਵਾ ਸੀਗਾ, ਇਸ ਕਰਕੇ ਜਿਹੜਾ ਹੈਗਾ ਉਹਦੇ ਵਾਸਤੇ ਜਿਹੜਾ ਹੈਗਾ ਕਠਿਨ ਜਿਹੜੀ ਆ ਤਪੱਸਿਆ ਕਰਦੇ ਸੀਗੇ। ਕਲਯੁਗ ਰਥ ਅਗਨ ਕਾ ਕੂੜ ਅਗੇ ਰਥ ਵਾਹੋ, ਕਲਯੁਗ ਦੇ ਵਿੱਚ ਕਹਿੰਦੇ ਆ ਅੱਗ ਦਾ ਹੀ ਰਥ ਹੈਗਾ ਭਾਈ, ਤ੍ਰਿਸ਼ਨਾ ਦੀ ਅੱਗ, ਵਿਸ਼ੇ ਵਿਕਾਰਾਂ ਦੀ ਅੱਗ, ਇਹ ਰਥ ਹੈਗਾ। ਅਤੇ ਰਥਵਾ ਜਿਹੜਾ ਹੈਗਾ ਉਹ ਕੂੜ ਦਾ ਹੈਗਾ, ਬਿਲਕੁਲ ਝੂਠ ਦਾ ਮਨ ਪੂਰਾ ਛਾਇਆ ਪਿਆ ਆ, ਔਰ ਜੋ ਝੂਠ ਹੈਗਾ ਉਹਨੇ ਝੂਠ ਨੂੰ ਲੈਣ ਵਾਸਤੇ ਸਾਰਾ ਕੁਛ ਕਰ ਲੈਣਾ, ਸਾਰੇ ਹਥਿਆਰ ਲਾ ਦੇਣੇ ਉਹਨੇ। ਕਲਯੁਗ ਰਥ ਅਗਨ ਕਾ ਕੂੜ ਅਗੇ ਰਥ ਵਾਹੋ। ਮਹੱਲਾ ਪਹਿਲਾ। ਸਾਮ ਕਹੈ ਸਤੰਬਰ ਸੁਆਮੀ, ਸੱਚ ਮੈਂ ਆਛੈ ਸਾਚ ਰਹੇ। ਔਰ ਜਿਹੜੇ ਹੈਗੇ ਇਹ ਸਾਮਵੇਦ ਦੀ ਗੱਲ ਕਰ ਰਹੇ ਮਹਾਰਾਜ, ਰਿਗ ਯਜੁਰ ਔਰ ਜਿਹੜਾ ਸਾਮ ਅਤੇ ਅਥਰਵਣ 4 ਵੇਦ ਹੈਗੇ, ਸਾਮਵੇਦ ਦੀ ਗੱਲ ਕਰ ਰਹੇ। ਕਹਿੰਦੇ ਸਾਮਵੇਦ ਦੇ ਵਿੱਚ ਕਹਿੰਦੇ ਆ
ਸਿਤੰਬਰ ਸੁਆਮੀ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਪਵਿੱਤਰ, ਜਿਹੜਾ ਹੈਗਾ ਚਿੱਟਾ ਸਿਤੰਬਰ ਮਤਲਬ ਜਿਹੜਾ ਹੈਗਾ ਜਿਹਦੇ 'ਚ ਦਾਗ ਨਹੀਂ ਹੈ, ਉਹ ਮਾਲਕ ਪਰਮਾਤਮਾ ਸਾਮ ਵੇਦ ਇਹ ਕਹਿ ਰਿਹਾ ਹੈ। ਸੱਚ ਮੈਂ ਆਛਾ ਸਾਚ ਰਹੇ। ਜਿਹੜਾ ਵੀ ਸੱਚ ਦੀ ਡਿਮਾਂਡ ਕਰਦਾ ਹੈ ਉਹ ਸੱਚ ਦੇ ਵਿੱਚ ਰਹਿੰਦਾ ਹੈ। ਇਹ ਸਾਮਵੇਦ ਦੇ ਅਨੁਸਾਰ ਜਿਹੜੇ ਹੈਗੇ ਆਪਣੇ ਆਪਣੇ ਸਮੇਂ ਦੇ ਅਨੁਸਾਰ, ਆਪਣੇ ਵੇਦਾਂ ਦੇ ਅਨੁਸਾਰ ਜਿਹੜੇ ਹੈਗੇ ਆ ਉਹਨਾਂ ਦੀ ਗੱਲ ਕਰ ਰਹੇ ਆ ਮਹਾਰਾਜ। ਸਭ ਕੋ ਸੱਚ ਸਮਾਵੇ। ਜਿਹੜੇ ਵੀ ਸੱਚ ਨਾਲ ਜੁੜਦੇ ਸੀਗੇ ਕਹਿੰਦੇ ਉਹ ਸੱਚ ਦੇ ਵਿੱਚ ਸਮਾ ਜਾਂਦੇ ਸੀਗੇ। ਇਸ ਤਰ੍ਹਾਂ ਜਿਹੜੀ ਹੈਗੀ ਸਾਮਵੇਦ ਦੀ ਸਿਤੰਬਰ ਦੀ ਉਹ ਇਸ ਤਰ੍ਹਾਂ ਦੀ ਜਿਹੜੀ ਹੈ ਬਿਆਨ ਕਰ ਰਹੇ। ਰਿਗ ਕਹੈ ਰਹਾ ਭਰਪੂਰ। ਰਿਗਵੇਦ ਕਹਿੰਦਾ ਹੈ ਕਿ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਰਾਮਚੰਦਰ ਜਿਹੜੇ ਹੋਏ ਆ, ਜਿਹੜੇ ਅਵਤਾਰ ਹੋਏ ਆ, ਕਹਿੰਦੇ ਉਹਨਾਂ ਦੇ ਰਿਗ ਕਹਿ ਰਿਹਾ ਭਰਪੂਰ। ਉਹ ਰਾਮਚੰਦਰ ਦੇ ਵਿੱਚ ਉਹ ਮਾਲਕ ਪਰਮਾਤਮਾ ਭਰਪੂਰ ਹੈਗਾ। ਰਾਮ ਨਾਮ ਦੇਵਾ ਮੈਂ ਸੂਰ। ਕਹਿੰਦੇ ਰਾਮ ਦਾ ਨਾਮ ਜਿਹੜਾ ਹੈਗਾ ਸਾਰੇ ਦੇਵਤਿਆਂ ਦੇ ਵਿੱਚ ਜਿਹੜਾ ਹੈਗਾ ਉਹ ਸੂਰਜ ਵਾਂਗੂ ਹੈਗਾ, ਉੱਤਮ ਹੈਗਾ ਰਾਮ। ਉਸ ਦਸ਼ਰਥ ਦਾ ਜਿਹੜੇ ਪੁੱਤ ਹੋਏ ਸ਼੍ਰੀ ਰਾਮਚੰਦਰ ਜੀ, ਉਹਨਾਂ ਦੀ ਗੱਲ ਕਰ ਰਹੇ। ਨਾ ਲਾਏ ਪਰਾਛਤ ਜਾਏ। ਕਹਿੰਦੇ ਉਸ ਟਾਈਮ ਜਿਹੜਾ ਹੈਗਾ ਉਹਨਾਂ ਦਾ, ਕਹਿੰਦੇ ਜਿਹੜਾ ਵੀ ਉਹਨਾਂ ਦਾ ਨਾਮ ਲਊਗਾ ਤਾਂ ਹੀ ਉਹਨਾਂ ਦੀ ਭਗਤੀ ਕਰਦੇ ਆ, ਹਾਲੇ ਵੀ ਕਰਦੇ ਆ। ਨਾ ਲਾਏ ਪਰਾਛਤ ਜਾਏ, ਕਹਿੰਦੇ ਪਾਪ ਮਿਟ ਜਾਂਦੇ ਆ। ਇਸ ਤਰ੍ਹਾਂ ਦੀ ਧਾਰਨਾ ਸੀਗੀ ਰਿਗਵੇਦ ਦੇ ਵਿੱਚ। ਨਾਨਕ ਤਉ ਮੁਖ ਅੰਤਰ ਪਾਏ। ਕਹਿੰਦੇ ਇਸ ਤਰੀਕੇ ਦੇ ਨਾਲ ਮੁਕਤੀ ਪਾ ਲੈਂਦੇ, ਤਾਂ ਮੁਕਤੀ ਪਾ ਲੈਂਦੇ ਆ। ਹੁਣ ਜਿਹੜਾ ਹੈਗਾ ਜੁਜ ਮੈਂ ਜੋਰ ਛਲੀ ਚੰਦਰਾਵਲ, ਜਜੁਰਵੇਦ ਆ ਗਿਆ। ਕਹਿੰਦੇ ਉਹਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਪੈਦਾ ਹੋ ਗਏ। ਜੁਜ ਮੈਂ ਜੋਰ ਉਹਨਾਂ ਨੇ ਅਵਤਾਰ ਲੈ ਲਿਆ। ਜੁਜ ਮੈਂ ਜੋਰ ਛਲੀ ਚੰਦਰਾਵਲ, ਔਰ ਚੰਦਰਾਵਲ ਜਿਹੜੀ ਹੈਗੀ ਆ ਉਹਨੂੰ ਉਹਨਾਂ ਨੇ ਜ਼ੋਰ ਦੇ ਨਾਲ ਛਲ ਲਿਆ। ਜ਼ੋਰ ਦੇ ਨਾਲ ਛਲ ਕੇ ਲੈ ਆਏ। ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਿਆ। ਔਰ ਕਾਨਾ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਜਾਦਵ ਕੁਲ ਦੇ ਵਿੱਚ ਹੋਏ। ਉਹਨਾਂ ਨੇ ਇਸ ਤਰੀਕੇ ਨਾਲ ਆ ਕੀਤਾ। ਪਾਰਜਾਤ ਗੋਪੀ ਲੈ ਆਇਆ। ਔਰ ਪਾਰਜਾਤ ਵ੍ਰਿਕਸ਼ ਜਿਹੜਾ ਸੀਗਾ ਉਹ ਜਿਹੜਾ ਹੈਗਾ ਸਵਰਗ ਤੋਂ ਉਹ ਗੋਪੀ ਦੇ ਵਾਸਤੇ ਜਿਹੜਾ ਹੈਗਾ ਉਹ ਵ੍ਰਿਕਸ਼ ਲੈ ਕੇ ਆ ਗਏ ਸੀਗੇ। ਬ੍ਰਿੰਦਾਵਨ ਮੈਂ ਰੰਗ ਕੀਆ। ਔਰ ਬ੍ਰਿੰਦਾਵਨ ਦੇ ਵਿੱਚ ਉਹਨਾਂ ਨੇ ਪੂਰੀ ਰਾਸ ਲੀਲਾ ਕੀਤੀ। ਇਹ ਕ੍ਰਿਸ਼ਨ ਜੀ ਦੇ ਬਾਰੇ ਜਿਹੜਾ ਹੈਗਾ ਗਿਆਨ ਦੇ ਰਹੇ ਆ। ਕਲ ਮੈਂ ਵੇਦ ਅਥਰਵਣ ਹੁਆ ਨਾਉ ਖੁਦਾਈ ਅਲੋਪਿਆ। ਕਹਿੰਦੇ ਕਲ ਯੁੱਗ ਦੇ ਵਿੱਚ ਜਿਹੜਾ ਹੈਗਾ ਵੇਦ ਜਿਹੜਾ ਹੈਗਾ ਉਹ ਕੀ ਹੋ ਗਿਆ, ਅਥਰਵਣ ਵੇਦ ਆ ਗਿਆ। ਅਥਰਵਣ ਵੇਦ, ਔਰ ਅਥਰਵਣ ਵੇਦ ਜਿਹੜਾ ਹੈਗਾ ਉਸ ਟਾਈਮ ਮੁਸਲਮਾਨੀ ਰਾਜ ਹੋ ਗਿਆ। ਕਲ ਮੈਂ ਵੇਦ ਅਥਰਵਣ ਹੁਆ ਨਾਉ ਖੁਦਾਈ ਅਲੋਪਿਆ। ਉਹ ਮਾਲਕ ਪਰਮਾਤਮਾ ਦਾ ਨਾਮ ਜਿਹੜਾ ਹੈਗਾ ਹੁਣ ਖੁਦਾ ਤੇ ਅੱਲਾ ਹੋ ਗਿਆ। ਪਹਿਲਾਂ ਜਿਹੜਾ ਹੈਗਾ ਉਹਨੂੰ ਰਾਮ, ਕ੍ਰਿਸ਼ਨ ਤੇ ਪਹਿਲਾਂ ਸਿਤੰਬਰ ਆਹ ਨਾਮ ਸੀਗੇ। ਹੁਣ ਜਿਹੜਾ ਹੈਗਾ ਕਹਿੰਦੇ ਨਾਮ ਜਿਹੜਾ ਹੈਗਾ ਖੁਦਾ ਤੇ ਅੱਲਾ ਹੋ ਗਿਆ। ਕਲ ਮੈਂ ਵੇਦ ਅਥਰਵਣ ਹੁਆ ਨਾਉ ਖੁਦਾਈ ਅਲੋਪਿਆ। ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਕਹਿੰਦੇ ਜਿਹੜੇ ਹੈਗੇ ਇਹਨਾਂ ਦੇ ਜਿਹੜੇ ਹੈਗੇ ਜਿਹੜੀ ਆਫੀਸ਼ੀਅਲ ਕਹਿ ਲਓ ਜਾਂ ਇਹਨਾਂ ਦੀ ਜਿਹੜੀ ਹੈਗੀ ਹੈ ਸਰਕਾਰੀ ਡਰੈਸ ਜਿਹੜੀ ਸੀ ਨੀਲੇ ਕੱਪੜੇ ਸੀਗੇ। ਨੀਲ ਵਸਤਰ ਲੈ ਕੱਪੜੇ ਪਹਿਰੇ। ਸਾਰਿਆਂ ਨੂੰ ਨੀਲੇ ਵਸਤਰ, ਜਿਹੜੇ ਵੀ ਮੁਲਾਜ਼ਮ ਸੀਗੇ ਨੀਲੇ ਕੱਪੜੇ ਪਾਉਣੇ ਪੈਂਦੇ ਸੀਗੇ। ਔਰ ਕਹਿੰਦੇ ਦੂਸਰੇ ਜਿਹੜੇ ਹੈਗੇ ਜਿਹੜੇ ਕਹਿੰਦੇ ਪਬਲਿਕ ਜਾਂ ਹਿੰਦੂ ਜਿਹੜੇ ਹੈਗੇ ਉਹ ਨੀਲੇ ਕੱਪੜੇ ਨਹੀਂ ਪਾ ਸਕਦੇ। ਹਿੰਦੂ ਖਾਸ ਕਰਕੇ ਨੀਲੇ ਕੱਪੜੇ ਨਹੀਂ ਪਾ ਸਕਦੇ। ਔਰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਹੈਗਾ ਬਿਲਕੁਲ ਇਹਨਾਂ ਦੀ ਧਾਰਨਾ ਤੋੜ ਦਿੱਤੀ ਸੀ। ਕਹਿੰਦੇ ਹਿੰਦੂ ਨੀਲੇ ਕੱਪੜੇ ਨਹੀਂ ਪਾ ਸਕਦੇ ਔਰ ਜਿਹੜੇ ਹੈਗੇ ਘੋੜੇ ਦੀ ਸਵਾਰੀ ਨਹੀਂ ਕਰ ਸਕਦੇ। ਉਹ ਕਹਿੰਦੇ ਮੇਰੇ ਸਿੱਖ ਜਿਹੜੇ ਹੈਗੇ ਨੀਲੇ ਕੱਪੜੇ ਹੀ ਪਾਉਣਗੇ ਔਰ ਘੋੜੇ ਦੀ ਸਵਾਰੀ ਕਰਨਗੇ। ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਕਹਿੰਦੇ ਤੁਰਕਾਂ ਦਾ, ਪਠਾਣਾ ਦਾ ਜਿਹੜਾ ਹੈਗਾ ਉਹ ਜਿਸ ਤਰ੍ਹਾਂ ਚਾਹੁੰਦੇ ਸੀਗੇ, ਜਿਸ ਤਰ੍ਹਾਂ ਉਹਨਾਂ ਦਾ ਰਾਜ ਸੀਗਾ ਤੇ ਉਹ ਅਮਲ ਕਰਨਾ ਪੈਂਦਾ ਸੀਗਾ। ਮੁਲਾਜ਼ਮ ਜਿਹੜੇ ਸੀਗੇ ਉਹ ਹਿੰਦੂ ਵੀ ਸੀਗੇ, ਖੱਤਰੀ ਜਿਹੜੇ ਮੁਲਾਜ਼ਮ ਸੀਗੇ ਉੱਥੇ। ਚਾਰੇ ਵੇਦ ਹੋਏ ਸਚਿਆਰ, ਕਿਉਂਕਿ ਛਤਰੀ ਜਿਹੜੇ ਹੈ ਖੱਤਰੀ ਉਹਨਾਂ ਦਾ ਕੰਮ ਲੜਨਾ ਪੈਣਾ ਹੈ। ਉਹਨਾਂ ਨੇ ਮੁਲਾਜ਼ਮ ਰੱਖਿਆ ਹੋਇਆ ਸੀਗਾ ਕਿਉਂਕਿ ਉਹ ਕਹਿੰਦੇ ਆ ਨਾ ਜਿਹੜੇ ਹੈਗੇ ਲੋਹੇ ਨੂੰ ਲੋਹਾ ਕੱਟਦਾ ਹੈ। ਚਾਰੇ ਵੇਦ ਹੋਏ ਸਚਿਆਰ ਪੜ੍ਹੇ ਗੁਣੇ ਤਿੰਨੇ ਚਾਰ ਵਿਚਾਰ। ਆਪੋ ਆਪਣੇ ਸਮੇਂ ਦੇ ਵਿੱਚ ਕਹਿੰਦੇ ਆ ਚਾਰੋਂ ਵੇਦ ਜਿਹੜੇ ਹੈਗੇ ਆ
ਕਹਿੰਦੇ ਸਾਰੇ ਆਪੋ ਆਪਣੇ ਸਮੇਂ ਦੇ ਵਿੱਚ ਸਚਿਆਰ ਹੋਏ। ਕਹਿੰਦੇ ਇਹਨਾਂ ਨੂੰ ਸਚਿਆਰ ਸਮਝਦੇ ਆ। ਪੜ੍ਹੇ ਗੁਣੇ 3-4 ਵਿਚਾਰ, ਜਿਹੜੇ ਵੀ ਉਹਨਾਂ ਨੂੰ ਪੜ੍ਹਦੇ ਆ ਉਹਨਾਂ ਦੇ ਗੁਣ ਲੈਂਦੇ ਆ, ਉਹਨਾਂ ਦੇ ਕੋਲ ਕਹਿੰਦੇ ਆ 4 ਆਚਰਣ ਆ ਜਾਂਦਾ ਹੈ ਔਰ ਚੰਗੀ ਵਿਚਾਰ ਆ ਜਾਂਦੀ ਆ। ਹੁਣ ਇੱਥੇ ਜਿਹੜਾ ਹੈਗਾ ਮਹਾਰਾਜ ਆਖਰੀ ਦੇ ਵਿੱਚ ਜਿਹੜਾ ਹੈਗਾ ਨੁਕਤਾ ਦੇ ਰਹੇ ਆ, ਭਾਉ ਭਗਤ ਕਰ ਨੀਚ ਸਦਾਏ, ਤਾਉ ਨਾਨਕ ਮੁਖ ਅੰਤਰ ਪਾਏ। ਕਹਿੰਦੇ ਚਾਰੋਂ ਵੇਦ, ਚਾਰੋਂ ਯੁੱਗ, ਚਾਰੋਂ ਯੁੱਗਾਂ ਦੇ ਵਿੱਚ ਨੁਕਤੇ ਦੀ ਗੱਲ ਆ ਹੈਗੀ ਆ ਬਈ ਭਾਉ ਭਗਤ, ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ, ਭਗਤੀ ਕਰਨ ਦੇ ਨਾਲ ਕਰਕੇ ਔਰ ਆਪਣੇ ਆਪ ਨੂੰ ਨੀਵਾਂ ਰੱਖ ਕੇ ਭਗਤੀ ਕਰਨ ਦੇ ਨਾਲ ਜਿਹੜਾ ਇਨਸਾਨ ਇਸ ਤਰ੍ਹਾਂ ਭਗਤੀ ਕਰਦਾ ਆ, ਆਪਣੇ ਆਪ ਨੂੰ ਨੀਵਾਂ ਅਖਵਾਉਂਦਾ ਆ, ਉਹ ਕਹਿੰਦੇ ਆ ਤਉ ਨਾਨਕ ਮੁਖ ਅੰਤਰ ਪਾਏ, ਉਹ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਭਾਈ। ਚਾਰੋਂ ਵੇਦਾਂ ਦੇ ਵਿੱਚ ਚਾਰੋਂ ਯੁਗਾਂ ਦਾ ਗਿਆਨ ਦੇ ਦਿੱਤਾ ਮਹਾਰਾਜ ਨੇ। ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੁਖ ਅੰਤਰ ਪਾਏ। ਹੁਣ ਇਹਦੇ ਵਾਸਤੇ ਜਿਹੜਾ ਹੈਗਾ ਕਿੱਥੋਂ ਮਿਲੂਗੀ ਇਹ ਚੀਜ਼, ਇਹ ਜਿਹੜਾ ਹੈਗਾ ਗਿਆਨ ਕਿੱਥੋਂ ਮਿਲਣਾ ਹੈ? ਪੌੜੀ ਆ ਗਈ। ਇਸ ਪੌੜੀ ਦੇ ਵਾਸਤੇ ਸ਼ਲੋਕ ਲੱਗੇ ਹੋਏ ਸੀ। ਸਤਿਗੁਰ ਵਿਟੋਂ ਵਾਰਿਆ, ਜਿਤ ਮਿਲੈ ਖਸਮ ਸੰਭਾਲਿਆ। ਕਹਿੰਦੇ ਸਤਿਗੁਰੂ ਤੋਂ ਗਿਆਨ ਮਿਲਣਾ ਹੈ। ਮੈਂ ਤਾਂ ਸਤਿਗੁਰੂ ਤੋਂ ਬਲਿਹਾਰ ਹੈਗਾ, ਜਿਸ ਨੂੰ ਮਿਲਣ ਦੇ ਨਾਲ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੀ ਜਿਹੜਾ ਭਾਵਨਾ ਦੇ ਨਾਲ ਭਗਤੀ, ਭਾਵ ਭਗਤ, ਪ੍ਰੇਮ ਭਗਤੀ ਜਿਹੜੀ ਹੈ ਜਾਚ ਆ ਜਾਂਦੀ ਹੈ ਖਸਮ ਨੂੰ ਸੰਭਾਲਣ ਦੀ। ਸਤਿਗੁਰ ਵਿਟੋਂ ਵਾਰਿਆ, ਜਿਤ ਮਿਲੈ ਖਸਮ ਸੰਭਾਲਿਆ। ਜਿਨੇ ਕਰ ਉਪਦੇਸ਼ ਗਿਆਨ ਅੰਜਨ ਦਿਆ, ਇਨ ਨੇਤਰੀ ਜਗਤ ਨਿਹਾਲਿਆ। ਜੇ ਗਿਆਨ ਦਾ ਅੰਜਨ ਹੀ ਹੈ ਨੀਗਾ ਤੇ ਕਿਸ ਤਰੀਕੇ ਦੇ ਨਾਲ ਆਪਾਂ ਭਗਤੀ ਕਰਾਂਗੇ? ਕੀ ਭਗਤੀ ਕਰਾਂਗੇ? ਜਿਨੇ ਕਰ ਉਪਦੇਸ਼ ਗਿਆਨ ਅੰਜਨ ਦਿਆ, ਉਪਦੇਸ਼ ਦਿੱਤਾ। ਆ ਉਪਦੇਸ਼ ਹੈਗੇ, ਆ ਗੁਰੂ ਤੇ ਆਪਾਂ ਕੀ ਕਰ ਰਹੇ ਹਾਂ? ਇਹ ਉਪਦੇਸ਼ ਲੈ ਰਹੇ ਹਾਂ ਗੁਰੂ ਦਾ, ਗੁਰੂ ਤੋਂ ਗਿਆਨ ਲੈ ਰਹੇ ਹਾਂ। ਜਿਨੇ ਕਰ ਉਪਦੇਸ਼ ਗਿਆਨ ਅੰਜਨ ਦਿਆ, ਸੁਰਮਾ ਪਾਇਆ ਅੱਖਾਂ ਦੇ ਵਿੱਚ, ਮਨ ਦੀਆਂ ਅੱਖਾਂ ਦੇ ਵਿੱਚ, ਇਹ ਨੇਤਰੀ ਜਗਤ ਨਿਹਾਲਿਆ। ਫਿਰ ਇਹ ਸੰਸਾਰ ਨੂੰ ਦੇਖਿਆ, ਪਤਾ ਲੱਗਿਆ ਭਾਈ ਇਹ ਸੰਸਾਰ ਤਾਂ ਛਲ ਹੈਗਾ, ਇਹ ਕਾਮ ਕ੍ਰੋਧ ਲੋਭ ਮੋਹ ਕਾਰ ਤਾਂ ਟਰੈਪ ਹੈਗੀ, ਇਹ ਹਉਮੈ ਤਾਂ ਮੈਂ ਦੂਰ ਕਰਨੀ ਹੈ ਔਰ ਮੇਰੇ ਕੋਲ ਤਾਂ ਸਮਾਂ ਥੋੜ੍ਹਾ ਹੈਗਾ। ਇਹ ਸਰੀਰ ਮੈਨੂੰ ਘੋੜਾ ਮਿਲਿਆ ਹੋਇਆ, ਇਸ ਪਾਸੇ ਨੂੰ ਜਾਣਾ ਸੀ, ਮੈਂ ਤਾਂ ਗਲਤ ਪਾਸੇ ਤੁਰ ਰਿਹਾ। ਜਿਨੇ ਕਰ ਉਪਦੇਸ਼ ਗਿਆਨ ਅੰਜਨ ਦਿਆ, ਇਨਹੀ ਨੇਤਰੀ ਜਗਤ ਨਿਹਾਲਿਆ। ਤਾਂ ਫਿਰ ਜਗਤ ਨੂੰ ਇਸ ਤਰ੍ਹਾਂ ਨਿਹਾਲਦਾ ਹੈ। ਫਿਰ ਜਗਤ ਨਾਲ ਅਟੈਚਮੈਂਟ ਥੋੜ੍ਹੀ ਨਾ ਰਹਿੰਦੀ ਹੈ, ਡਿਟੈਚ ਹੋ ਜਾਂਦਾ ਹੈ ਇਨਸਾਨ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਵਣਜਾਰਿਆ। ਜਿਹੜੇ ਖਸਮ ਨੂੰ ਛੱਡ ਕੇ ਜਿਹੜਾ ਹੈਗਾ ਆਪ ਪ੍ਰੇਮ ਭਗਤੀ ਛੱਡ ਕੇ ਜਿਹੜੇ ਹੈਗੇ ਸਤਿਗੁਰੂ ਤੋਂ ਗਿਆਨ ਲੈਣਾ ਜਿਹੜੇ ਨਹੀਂ ਲੈ ਪਾਉਂਦੇ, ਜਿਹੜੇ ਹੈਗੇ ਆ ਭਾਈ ਆਪਣੇ ਮਨ ਦਾ ਗਿਆਨ, ਮਨ ਦੇ ਅਨੁਸਾਰ ਚੱਲਦੇ ਆ, ਕਹਿੰਦੇ ਉਹ ਤਾਂ ਫਿਰ ਜਿਹੜੇ ਸਾਰੇ ਹੈ ਵਣਜਾਰੇ ਆ, ਸਾਰੇ ਆਏ ਇੱਥੇ ਵਣਜ ਕਰਨ ਵਾਸਤੇ ਆਏ ਆ, ਕਹਿੰਦੇ ਉਹ ਤਾਂ ਫਿਰ ਫੇਲ ਹੋ ਗਏ ਭਾਈ, ਕੁਛ ਨਹੀਂ ਖੱਟ ਕੇ ਲੈ ਕੇ ਗਏ, ਡੁੱਬ ਗਏ ਸੰਸਾਰ ਦੇ ਵਿੱਚ, ਮਨੁੱਖੀ ਜੀਵਨ ਹਾਰ ਗਏ। ਡੁੱਬਣਾ ਕੀ ਹੈ? ਮਨੁੱਖੀ ਜੀਵਨ ਹਾਰ ਜਾਣੀ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਵਣਜਾਰਿਆ। ਸਤਿਗੁਰੂ ਹੈ ਬੋਇਥਾ, ਵਿਰਲੇ ਕਿਨੇ ਵਿਚਾਰਿਆ। ਕੋਈ ਟਾਵਾਂ ਜਿਹੜਾ ਵਿਚਾਰ ਲੈਂਦਾ ਭਾਈ ਆ ਗੁਰੂ, ਇਹ ਬ੍ਰਹਮ ਗਿਆਨੀ, ਆ ਤਾਂ ਬਹੁਤ ਪਤੇ ਦੀ ਗੱਲ ਕਹਿ ਰਹੇ। ਇਹ ਤਾਂ ਉਹ ਲੈ ਲੈਂਦੇ ਆ, ਚੜ੍ਹ ਜਾਂਦੇ ਜਹਾਜ਼ ਤੇ। ਸਤਿਗੁਰੂ ਬੋਹਿਤਾ ਹੈ, ਜਹਾਜ਼ ਹੈਗਾ ਜਿਹਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇਣਾ ਹੈ ਭਾਈ। ਬੋਹਿਤਾ ਕੀ ਹੈ? ਸਤਿਗੁਰੂ ਦਾ ਗਿਆਨ ਹੈਗਾ। ਗਿਆਨ ਲੈ ਲਿਆ ਤੇ ਚੜ੍ਹ ਗਿਆ ਜਹਾਜ਼ ਦੇ ਉੱਤੇ, ਹੋਰ ਫਿਜ਼ੀਕਲ ਜਹਾਜ਼ ਥੋੜ੍ਹੀ ਨਾ ਹੈਗਾ ਸਤਿਗੁਰੂ। ਖਸਮ ਛੋੜ ਦੂਜੇ ਲਗੇ, ਡੁੱਬੇ ਸੇ ਵਣਜਾਰਿਆ। ਸਤਿਗੁਰੂ ਹੈ ਬੋਹਿਤਾ, ਵਿਰਲੇ ਕਿਨੇ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ। ਇਸ ਤਰੀਕੇ ਦੇ ਨਾਲ ਮਾਲਕ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਔਰ ਸੰਸਾਰ ਸਮੁੰਦਰ ਤੋਂ ਸਤਿਗੁਰੂ ਦੇ ਦੁਆਰਾ ਜਿਹੜੇ ਹੈਗੇ ਪਾਰ ਹੋ ਜਾਂਦੇ। ਅਗਲਾ ਆ ਗਿਆ, ਅਗਲੀ ਪੌੜੀ, ਸ਼ਲੋਕ ਮਹੱਲਾ ਪਹਿਲਾ। ਸਿਮਲ ਰੁੱਖ ਸਰਾਇਰਾ, ਅਤ ਦੀਰਘ ਅਤ ਮੁੱਛ। ਕਹਿੰਦੇ ਸਿਮਲ ਦਾ ਦਰਖਤ ਜਿਹੜਾ ਹੈਗਾ ਪਹਾੜਾਂ 'ਚ ਹੁੰਦਾ ਹੈ। ਸਿਮਲ ਦਾ ਦਰਖਤ ਸਿੱਧਾ ਹੁੰਦਾ, ਬਿਲਕੁਲ ਉਹਦੇ 'ਚ ਕੋਈ ਵਾਲ ਵਿੰਗ ਨਹੀਂ ਹੁੰਦਾ, ਬਿਲਕੁਲ ਸਟ੍ਰੇਟ, ਮੋਟਾ ਹੁੰਦਾ ਹੈ, ਬਿਲਕੁਲ ਮੋਟਾ ਔਰ ਬਹੁਤ ਲੰਬਾ ਹੁੰਦਾ ਹੈ। ਸਿਮਲ ਰੁੱਖ ਸਰਾਇਰਾ, ਅਤ ਦੀਰਘ ਅਤ ਮੁੱਛ। ਮੁੱਛ ਕਹਿੰਦੇ ਮੋਟਾ, ਇੰਨਾ ਜਿਹੜਾ ਸਿਮਲ ਦਾ ਰੁੱਖ ਹੈਗਾ। ਓਏ ਜੇ ਆਵੇਂ ਆਸ ਕਰ, ਜਾਏ ਨਿਰਾਸੇ ਕਿਤ। ਉਹਨੂੰ ਦੇਖ ਕੇ ਜਿਹੜੇ ਹੈਗੇ ਪੰਛੀ ਆਉਂਦੇ, ਆਸ ਕਰਕੇ ਆਉਂਦੇ ਆ। ਕਹਿੰਦੇ ਫਿਰ ਉਹ ਜਿਹੜੇ ਹੈਗੇ ਉੱਥੇ ਤਾਂ ਕੁਛ ਛਾਂ ਵੀ ਨਹੀਂ ਹੈ ਉਹਦੀ,
ਨਾ ਉਹਦੇ ਜਿਹੜੇ ਆ ਫਲ ਹੈਗੇ ਆ। ਕਹਿੰਦੇ ਹੁਣ ਉਹ ਪੰਛੀ ਵਿਚਾਰੇ ਕਿੱਥੇ ਜਾਣ, ਜਾਏ ਨਿਰਾਸੇ ਕਿੱਥੇ ਜਾਣ ਨਿਰਾਸ਼ ਹੋ ਕੇ। ਐਸੇ ਤਰੀਕੇ ਦੇ ਨਾਲ ਇਨਸਾਨ ਜਿਹੜਾ ਹੈਗਾ, ਜਿਹਦੇ ਅੰਦਰ ਹਉਮੈ ਹੈਗੀ ਆ, ਉਹ ਸਿੰਮਲ ਦੇ ਰੁੱਖ ਦੇ ਵਾਂਗੂ ਹੈਗਾ ਭਾਈ। ਉਹਦੇ ਕੋਲੋਂ ਕੋਈ ਫਲ ਫਰੂਟ ਕੁਛ ਨਹੀਂ ਹੈਗਾ ਉਹਦੇ ਕੋਲ। ਸਿੰਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਹੋਏ ਜੇ ਆਵੇਂ ਆਸ ਕਰ ਜਾਏ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇਂ ਪੱਤ। ਦੇਖ ਲਓ ਉਹਦੇ ਫਿੱਕੇ ਫਲ ਹੈਗੇ ਆ, ਫੁੱਲ ਵੀ ਬਕਬਕੇ ਹੈਗੇ ਸਿੰਮਲ ਦੇ, ਔਰ ਪੱਤੇ ਵੀ ਕੰਮ ਨਹੀਂ ਆਉਂਦੇ। ਔਰ ਇਨਸਾਨ ਜਿਹੜਾ, ਜਿਹਨੂੰ ਮਨੁੱਖ ਜੂਨ ਮਿਲੀ ਹੈ, ਜਿਹੜਾ ਹੰਕਾਰ ਦੇ ਵਿੱਚ ਹਉਮੈ ਦੇ ਵਿੱਚ ਹੈਗਾ, ਉਹਦੇ ਕੋਲ ਕੀ ਹੈਗਾ ਭਾਈ? ਸੇਮ ਚੀਜ਼ ਹੈਗੀ। ਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇਂ ਪੱਤ। ਉਹ ਸਰੀਰ ਲਿਆ ਸੀ, ਉਹਨੇ ਕੀ ਕੰਮ ਕੀਤਾ? ਕਿਹੜੇ ਕੰਮ ਆਇਆ ਸਰੀਰ? ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਮਿੱਠਤ ਕਹਿੰਦੇ ਆ ਨੀਵੀਂ ਹੈ ਭਾਈ। ਮਿੱਠਤ ਨੀਵੀਂ ਨਾਨਕਾ, ਨਿਮਰਤਾ ਮਿੱਠਤ ਨੀਵੀਂ ਹੈ ਭਾਈ। ਨਿਉ ਕੇ ਰਹਿਣਾ ਇਹ ਤੱਤ ਆ। ਗੁਣਾਂ ਚੰਗਿਆਈਆਂ ਦਾ ਤੱਤ ਹੈਗਾ ਭਾਈ। ਗੁਣਾਂ ਦਾ ਤੱਤ ਹੈਗਾ, ਗੁਣ ਚੰਗਿਆਈਆਂ ਤੱਤ। ਜੇ ਨੀਵੇਂ ਹੋਵਾਂਗੇ ਤੇ ਸਾਰੇ ਗੁਣ ਆਉਣਗੇ। ਨਿਮਾਣ ਦੇ ਵਿੱਚ ਜਿਹੜਾ ਨਿਮਾਣ ਦੇ ਵਿੱਚ ਹੈ, ਪਾਣੀ ਸਾਰਾ ਇਕੱਠਾ ਹੋਣਾ ਉਸ ਜਗ੍ਹਾ ਤੇ ਆ ਕੇ। ਜਿਹੜਾ ਟਿੱਬਾ ਹੈਗਾ ਉਹਦੇ 'ਚ ਕੀ ਹੈ? ਉਹਦੇ 'ਚ ਤਾਂ ਇੱਕ ਬੂੰਦ ਵੀ ਨਹੀਂ ਟਿਕਣੀ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ। ਹਾਂ, ਹੁਣ ਇਹ ਇੱਕ ਹੋਰ ਗੱਲ ਆ, ਨਿਵਣ ਨੂੰ ਤਾਂ ਸਾਰੇ ਨਿਵੰਦੇ ਆ ਭਾਈ, ਜਿਨ੍ਹਾਂ ਦਾ ਕੋਈ ਨਾ ਕੋਈ ਪਰਪਸ ਹੈਗਾ, ਕੋਈ ਮੋਟੋ ਹੈਗਾ, ਕੋਈ ਸਵਾਰਥ ਹੈਗਾ, ਜ਼ਰੂਰ ਨਿਉਂਦੇ ਆ। ਜ਼ਰੂਰ ਆਪਣੇ ਵਾਸਤੇ ਸਾਰੇ ਨਿਉਂਦੇ ਆ, ਦੂਸਰੇ ਵਾਸਤੇ ਕੋਈ ਨਹੀਂ ਨਿਉਂਦਾ। ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ। ਧਰ ਤਰਾਜੂ ਤੋਲੀਏ ਨਿਵੈ ਸੋ ਗੌਰਾ ਹੋਏ। ਤਰਾਜੂ ਦੇ ਉੱਤੇ ਧਰ ਕੇ ਤੋਲ ਕੇ ਦੇਖ ਲਓ ਭਾਈ, ਜਿਹੜੀ ਚੀਜ਼ ਨਿਉਂਦੀ ਹੈਗੀ ਉਹ ਚੀਜ਼ ਵੱਡੀ ਹੈਗੀ ਆ। ਜਿਹੜੀ ਚੀਜ਼ ਨਿਉਂਦੀ ਹੈਗੀ ਉਹ ਚੀਜ਼ ਵੱਡੀ ਹੈਗੀ, ਭਾਰੀ ਹੈਗੀ ਆ। ਧਰ ਤਰਾਜੂ ਤੋਲੀਏ ਨਿਵੈ ਸੋ ਗੌਰਾ ਹੋਏ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ। ਅਪਰਾਧੀ ਬੰਦਾ ਜਿਹੜਾ ਹੈਗਾ, ਉਹਨੇ ਅਪਰਾਧ ਕਰਨ ਵਾਸਤੇ ਦੁੱਗਣਾ ਨਿਉਣਾ ਹੈ। ਉਹਨੇ ਅਪਰਾਧ ਕਰਨ ਦੇ ਵਾਸਤੇ ਉਹਨੇ ਜਿਹੜਾ ਹੈਗਾ ਮਿਰਗ ਜਿਹੜੇ ਹੈਗੇ, ਉਹਨਾਂ ਨੂੰ ਮਾਰਨ ਦੇ ਵਾਸਤੇ ਬਿਲਕੁਲ ਜ਼ਮੀਨ ਦੇ ਉੱਤੇ ਲੇਟ ਜਾਣਾ ਹੈ ਉਹਨੇ। ਅਪਰਾਧੀ ਦੂਣਾ ਨਿਵੈ, ਇਸ ਤਰ੍ਹਾਂ ਨਿਉ ਜਾਣਾ ਹੈ ਉਹਨੇ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ। ਸੀਸ ਨਿਵਾਈਐ ਕਿਆ ਥੀਏ ਜਾਂ ਹਿਰਦੇ ਕੁਸੁੱਦੇ ਜਾਏ। ਕਹਿੰਦੇ ਸੀਸ ਨਿਵਾਉਣਾ ਇਸ ਤਰ੍ਹਾਂ ਜਿਹੜਾ ਹੈਗਾ, ਇਹ ਜਿਹੜਾ ਹੈਗਾ ਝੂਠ ਦੇ ਖਾਤਰ ਜਿਹੜਾ ਹੈਗਾ, ਆਪਣਾ ਸੀਸ ਨਿਵਾਉਣ ਦੇ ਨਾਲ ਕੁਛ ਨਹੀਂ ਬਣਨਾ ਭਾਈ। ਅੰਦਰੋਂ ਨਿਵਾਉਣਾ ਪੈਣਾ ਹੈਗਾ, ਸੱਚ ਦੀ ਖਾਤਰ ਨਿਵਾਉਣਾ ਪੈਣਾ ਹੈਗਾ। ਸੀਸ ਨਿਵਾਈਐ ਕਿਆ ਥੀਏ, ਕੀ ਹੋਏਗਾ ਜੇ ਇਸ ਤਰ੍ਹਾਂ ਸੀਸ ਨਿਵਾਉਣ ਦੇ ਨਾਲ ਜਾਂ ਹਿਰਦੇ ਕਸੁੱਦੇ ਜਾਏ। ਆਪਾਂ ਆਏ ਗੁਰਦੁਆਰੇ ਮੱਥਾ ਟੇਕਤਾ, ਨਿਉ ਗਏ, ਪਰ ਅੰਦਰ ਜਿਹੜਾ ਹੈਗਾ ਵਾਪਸ ਉਹੀ ਪਿਆ ਹੋਇਆ, ਝੂਠ ਛਲ ਕਪਟ। ਕਹਿੰਦੇ ਉਸ ਨਿਉਣ ਦਾ ਕੀ ਫਾਇਦਾ ਹੈ? ਸੀਸ ਨਿਵਾਈਏ ਕਿਆ ਥੀਏ, ਕੀ ਹੋਏਗਾ? ਕਹਿੰਦੇ ਜਾਂ ਹਿਰਦੇ ਕਸੁੱਦੇ ਜਾਏ। ਹਿਰਦਾ ਤਾਂ ਜਿਹੜਾ ਹੈਗਾ, ਉਹ ਜਿਹੜਾ ਹੈਗਾ ਮਾੜੇ ਪਾਸੇ ਨੂੰ ਜਾ ਰਿਹਾ ਹੈ। ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ। ਹੁਣ ਜਿਹੜਾ ਹੈਗਾ ਇਹ ਬ੍ਰਾਹਮਣ ਦਾ ਐਗਜ਼ਾਮਪਲ ਲੈ ਕੇ ਦੱਸ ਰਹੇ ਭਾਈ। ਉਹ ਜਿਹੜਾ ਹੈਗਾ ਵੇਦ ਸ਼ਾਸਤਰ ਪੜ੍ਹਦਾ ਹੈ, ਔਰ ਸੰਧਿਆ ਜਿਹੜੀ ਹੈਗੀ, ਸੰਧਿਆ ਵੀ ਕਰਦਾ ਹੈ। ਅਤੇ ਤਿੰਨ ਪਾਲ ਵਾਲੀ ਜਿਹੜੀ ਹੈਗੀ, ਸੰਧਿਆ ਜਿਹੜੀ ਹੈਗੀ ਆ, ਉਹ ਜਿਹੜੀ ਉਹਨਾਂ ਦਾ ਗਾਇਤਰੀ ਮੰਤਰ ਵੀ ਪੜ੍ਹਦਾ ਹੈ। ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ। ਸਿਲਾ ਵੀ ਪੂਜਦਾ ਹੈ, ਪੱਥਰ ਦੀ ਮੂਰਤੀ ਦੀ ਪੂਜਾ ਕਰਦਾ ਹੈ, ਔਰ ਬਗਲੇ ਵਾਂਗੂ ਸਮਾਧ ਵੀ ਲਗਾਉਂਦਾ ਹੈ। ਮੁਖ ਝੂਠ ਵਿਭੂਖਣ ਸਾਰੰਗ, ਔਰ ਅੰਦਰ ਝੂਠ ਹੈਗਾ ਉਹਦੇ, ਔਰ ਝੂਠ ਨੂੰ ਇਸ ਤਰ੍ਹਾਂ ਵਰਤ ਰਿਹਾ, ਮੁੱਖ ਦੇ ਉੱਤੇ ਵੀ, ਮੁੱਖ 'ਤੇ ਪੂਰਾ ਝੂਠ ਹੈਗਾ। ਔਰ ਇਸ ਤਰ੍ਹਾਂ ਝੂਠ ਨੂੰ ਜਿਹੜਾ ਹੈਗਾ ਐਸੀ ਕਲਾ ਦੇ ਨਾਲ ਜਿਹੜਾ ਹੈਗਾ ਵਰਤ ਰਿਹਾ, ਜਿਵੇਂ ਕੋਈ ਬੀਬੀ ਜਿਹੜੀ ਹੈਗੀ ਆ, ਉਹ ਗਹਿਣੇ ਪਾ ਕੇ ਜਿਹੜੀ ਹੈਗੀ ਉਹ ਆਪਣੇ ਆਪ ਨੂੰ ਜਿਹੜੀ ਹੈਗੀ ਆ ਸੰਵਾਰ ਲੈਂਦੀ ਹੈ। ਇਸ ਤਰੀਕੇ ਦੇ ਨਾਲ ਝੂਠ ਨੂੰ ਜਿਹੜਾ ਸੱਚ ਦਾ ਰੂਪ ਦੇ ਕੇ ਜਿਹੜਾ ਹੈਗਾ ਵਰਤਦਾ ਹੈ ਗਹਿਣੇ ਦੇ ਤੌਰ ਦੇ ਉੱਤੇ। ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ। ਔਰ ਤਿੰਨ ਪਾਲਾਂ ਵਾਲਾ ਜਿਹੜਾ ਹੈਗਾ ਉਹ ਗਾਇਤਰੀ ਜਿਹੜਾ ਮੰਤਰ, ਉਹ 3 ਵਾਰੀ ਜਿਹੜਾ ਹੈਗਾ
ਪੜ੍ਹਦਾ ਹੈ, ਵਿਚਾਰਦਾ ਹੈ। ਗਲੇ ਮਾਲਾ ਤਿਲਕ ਲਲਾਟੰ, ਗਲ ਦੇ ਵਿੱਚ ਮਾਲਾ ਵੀ ਹੈਗੀ, ਤਿਲਕ ਤੇ ਲਲਾਟ ਵੀ ਹੈਗਾ, ਡਰੈਸ ਕੋਡ ਪੂਰਾ ਹੈਗਾ। ਦੋਏ ਧੋਤੀ ਵਸਤਰ ਕਪਾਟੰ, ਦੋ ਧੋਤੀਆਂ ਹੈਗੀਆਂ ਤੇ ਇੱਕ ਔਰ ਸਿਰ ਵੀ ਢੱਕ ਕੇ ਰੱਖਿਆ ਹੋਇਆ ਉਹਨੇ। ਦੋਏ ਧੋਤੀ ਵਸਤਰ ਕਪਾਟੰ, ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਹਚੋ ਕਰਮੰ, ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਹਚੋ ਕਰਮੰ। ਕਹਿੰਦੇ ਜੇ ਕਿਤੇ ਉਹਨੂੰ ਅਸਲੀ ਜਿਹੜਾ ਹੈਗਾ ਉਸ ਬ੍ਰਹਮ ਦੇ ਨਾਲ ਮਿਲਣ ਦਾ ਜਿਹੜਾ ਹੈਗਾ ਕਰਮ ਆਉਂਦਾ ਹੋਏ ਤੇ ਆਹ ਸਾਰੇ ਕੰਮ ਫੋਕਟ ਹੈਗੇ ਆ। ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ, ਕਿ ਆ ਕਰਮ ਕਰ ਰਿਹਾ ਇਹ ਬਿਲਕੁਲ ਫੋਕਟ ਹੈਗੇ ਆ, ਇਹ ਪਤਾ ਲੱਗ ਜਾਏਗਾ ਉਹਨੂੰ ਜੇ ਉਹਨੂੰ ਕਿਤੇ ਅਸਲੀ ਜਿਹੜਾ ਹੈਗਾ ਬ੍ਰਹਮ ਕਰਮ ਆ ਜਾਏਗਾ। ਕਿਹੜਾ ਬ੍ਰਹਮ ਕਰਮ? ਕਹੋ ਨਾਨਕ ਨਿਹਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੈ। ਕਹਿੰਦੇ ਧਿਆਨ ਸਿਮਰਨ ਵਾਲਾ ਕਰਮ ਪਾਏ, ਆਹ ਨਿਹਚਾ ਆ ਜਾਏਗਾ ਜਿਹਨੂੰ। ਪਰ ਇਹ ਵਾਟ ਜਿਹੜੀ ਹੈ, ਰਸਤਾ ਜਿਹੜਾ ਹੈਗਾ ਗੁਰੂ ਤੋਂ ਬਗੈਰ ਨਹੀਂ ਮਿਲਦਾ। ਕਹੋ ਨਾਨਕ ਨਿਹਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੈ। ਪੌੜੀ ਆਈ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਭਾਈ ਇਹ ਸਰੀਰ ਤੈਨੂੰ ਮਿਲਿਆ ਹੈ, ਸੋਹਣਾ ਸਰੀਰ ਹੈਗਾ, ਸੋਹਣਾ ਕੱਪੜਾ ਹੈਗਾ ਭਾਈ, ਇਹਨੂੰ ਇੱਥੇ ਹੀ ਛੱਡ ਕੇ ਜਾਣਾ ਪੈਣਾ ਹੈ। ਬਸ ਇਹਦਾ ਯੂਜ਼ ਕਰ ਲਾ, ਇਹਨੂੰ ਹੰਢਾ ਲਾ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਤੇਰੀ ਮਰਜ਼ੀ ਹੈ ਮੰਦਾ ਕਰ ਲਾ, ਤੇਰੀ ਮਰਜ਼ੀ ਹੈ ਚੰਗਾ ਕਰ ਲਾ, ਭੋਗਣਾ ਤੈਨੂੰ ਪੈਣਾ ਹੈਗਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨੇ ਭਾਵਦੇ ਰਾਹ ਭੀੜੇ ਅੱਗੇ ਜਾਵਣਾ। ਔਰ ਜਿੰਨੇ ਮਨ ਭਾਉਣੇ ਹੁਕਮ ਕਰਦਾ ਹੈ ਦੁਨੀਆ ਦੇ ਵਿੱਚ ਜਿਹੜਾ ਹੈਗਾ, ਜੋ ਕੁਛ ਵੀ ਕਰਦਾ ਹੈ, ਜਿਸ ਤਰ੍ਹਾਂ ਵੀ ਜਿਹੜਾ ਹੈਗਾ ਤੂੰ ਲੋਕਾਂ ਦੇ ਨਾਲ ਵਰਤਦਾ ਹੈਗਾ, ਤੇਰਾ ਕਾਰਨਸ਼ੀਲ ਵਧੀ ਜਾ ਰਿਹਾ ਹੈ ਮਿੱਤਰਾ। ਅੱਗੇ ਰਸਤਾ ਬਹੁਤ ਭੀੜਾ ਹੈ ਜਿੱਥੋਂ ਦੀ ਲੰਘਣਾ ਹੈਗਾ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਪਾਏ, ਮਨ ਤੋਂ ਮੈਗਲ ਹੋਏ ਰਿਓ ਨਿਕਸਿਓ ਕਿਉਂ ਕਰ ਜਾਏ। ਹੁਕਮ ਕੀਏ ਮਨੇ ਭਾਵਦੇ ਰਾਹ ਪੀੜੇ ਅੱਗੇ ਜਾਵਣਾ, ਨੰਗਾ ਦੋਜ਼ਖ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਫਿਰ ਜਿਹੜਾ ਹੈਗਾ ਉਹ ਧਰਮਰਾਜ ਬਿਲਕੁਲ ਜਿਹੜਾ ਹੈਗਾ ਬਿਲਕੁਲ ਇਨਸਾਨ ਨੂੰ ਫੁੱਲ ਵਰਗਾ ਕਰ ਦਿੰਦਾ ਹੈ। ਜੋ ਕੁਛ ਕੀਤਾ ਹੈ ਸਾਰਾ ਦਾ ਸਾਰਾ ਉਹਦਾ ਚਿੱਠਾ ਸਾਹਮਣੇ ਖੋਲ ਦਿੰਦਾ ਹੈ। ਮਾੜਾ ਵੀ ਛੁਪਾਓ ਨਹੀਂ ਹੋ ਸਕਦਾ, ਬਿਲਕੁਲ ਨੰਗਾ ਕਰ ਦਿੰਦਾ ਹੈ। ਨੰਗਾ ਦੋਜ਼ਖ ਚਾਲਿਆ, ਫਿਰ ਜਾਂਦਾ ਹੈ ਜੂਨਾਂ ਦੇ ਵਿੱਚ। ਨੰਗਾ ਦੋਜ਼ਖ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਫਿਰ ਜਿਹੜਾ ਹੈਗਾ ਬੜਾ ਡਰਾਉਣਾ ਲੱਗਦਾ ਹੈ ਭਾਈ, ਡਰਦਾ ਇਨਸਾਨ। ਕਰ ਔਗਣ ਪਛੋਤਾਵਣਾ। ਕਹਿੰਦੇ ਔਗਣ ਕਰਕੇ ਤਾਂ ਫਿਰ ਪਛਤਾਉਣਾ ਤਾਂ ਪੈਣਾ ਹੀ ਆ ਮਿੱਤਰਾ। ਤੇਰੀ ਮਰਜ਼ੀ ਆ, ਕਰ ਲਾ, ਚਾਹੇ ਬਚ ਜਾ, ਹਟ ਜਾ, ਤੇਰੀ ਆਪਣੀ ਚੁਆਇਸ ਹੈਗੀ ਆ। ਸ਼ਲੋਕ ਮਹੱਲਾ ਪਹਿਲਾ ਆਖਰੀ ਲੈਨੇ ਆ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹਾਈ ਤਾਂ ਪਾਂਡੇ ਘੱਤ। ਹੁਣ ਦੇਖ ਲਓ ਇਹਦੇ ਵਿੱਚ ਜਿਹੜੇ ਹੈਗੇ ਆ ਪਹਿਲੀ ਪਾਤਸ਼ਾਹੀ ਕਹਿ ਰਹੀ ਆ, ਔਰ ਉਹਨਾਂ ਨੂੰ ਜਿਹੜੇ ਹੈਗੇ ਖੱਤਰੀ ਸੀਗੇ, ਉਹਨਾਂ ਨੂੰ ਜਿਹੜੇ ਹੈਗੇ ਆ ਉਹ ਜਿਹੜੇ ਇਹ ਜਨੇਊ ਪਾਉਣ ਵਾਸਤੇ ਆਏ ਤੇ ਇਕੱਠ ਦੇ ਵਿੱਚ ਮਹਾਰਾਜ ਜਿਹੜੇ ਹੈਗੇ ਜਿਹੜੇ ਹੈਗੇ ਉਹ ਗੱਲ ਕਰ ਰਹੇ। ਦਇਆ ਕਪਾਹ, ਕਹਿੰਦੇ ਕਪਾਹ ਚਾਹੀਦੀ ਹੈ। ਜਿਹੜਾ ਜਨੇਊ ਤੂੰ ਪਾਉਣ ਲੱਗਿਆ ਮੈਨੂੰ ਦਇਆ ਦੀ ਕਪਾਹ ਤੋਂ ਇਹ ਜਨੇਊ ਬਣਨਾ ਚਾਹੀਦਾ ਹੈ। ਪਹਿਲਾਂ ਦਇਆ ਵਾਲੀ ਕਪਾਹ ਲੈ ਕੇ ਆ। ਸੰਤੋਖ ਸੂਤ, ਸੰਤੋਖ ਦਾ ਸੂਤਰ ਹੋਣਾ ਚਾਹੀਦਾ ਹੈ। ਸੰਤੋਖ ਦਾ ਸੂਤਰ, ਸੰਤੋਖ ਦੇ ਨਾਲ ਇਹ ਸੂਤਰ ਜਿਹੜਾ ਕੱਤਿਆ ਜਾਏ ਤੇ ਉਹ ਤਾਂ ਜਿਹੜਾ ਹੈਗਾ ਸੂਤ ਬਣੇ ਉਹਦਾ। ਜਤ ਗੰਢੀ, ਜਤ ਦੀ ਗੰਢ ਹੋਣੀ ਚਾਹੀਦੀ ਹੈ। ਕੰਟਰੋਲ ਆਫ ਸੈਂਸਿਸ, ਇਹਦੀ ਗੰਢ ਹੋਣੀ ਚਾਹੀਦੀ ਇਹਦੇ ਅੰਦਰ ਜਿਹੜੀਆਂ ਗੰਢਾਂ ਮਾਰਦੇ ਆ। ਸੱਤ ਵੱਟ, ਔਰ ਇਹਨੂੰ ਜਿਹੜਾ ਵੱਟਿਆ 3 ਧਾਗਿਆਂ ਨੂੰ ਵੱਟ ਕੇ ਕਹਿੰਦੇ ਉਹ 7 ਦਾ ਵੱਟ ਹੋਣਾ ਚਾਹੀਦਾ ਹੈ। ਸੱਚੇ ਆਚਰਣ ਦਾ ਵੱਟ ਹੋਣਾ ਚਾਹੀਦਾ ਹੈ। ਕਹਿੰਦੇ ਆਹ ਚੀਜ਼ ਹੈਗੀ ਤੇਰੇ ਕੋਲ ਤੇ ਆ ਤਾਂ ਮੈਨੂੰ ਇਹ ਜਨੇਊ ਜੀ ਕਾ, ਮੇਰੀ ਆਤਮਾ ਦਾ ਜਨੇਊ, ਆਤਮਾ ਦੇ ਉੱਤੇ ਮਨ ਦਾ ਜਨੇਊ ਹੈਗਾ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਤਾਂ ਪੰਡਤਾ ਪਿਆਰਿਆ ਘਰ ਪਾ ਦੇ ਮੈਨੂੰ, ਹੈ ਤਾਂ ਪਾਂਡੇ ਘੱਤ। ਦੇਖ ਲਓ ਭਾਈ ਇਹ ਜਨੇਊ
ਖਾਲੀ ਇਹ ਬ੍ਰਾਹਮਣ ਦੇ ਵਾਸਤੇ ਹੈਗਾ? ਕੀ ਜਿਹੜਾ ਹੈਗਾ ਹਿੰਦੂਆਂ ਦੇ ਵਾਸਤੇ ਹੈਗਾ? ਕਿਉਂ ਨਹੀਂ ਇਹ ਸਿੱਖਾਂ ਦੇ ਵਾਸਤੇ ਕਿਉਂ ਨਹੀਂ ਹੈ? ਮੁਸਲਮਾਨਾਂ ਦੇ ਵਾਸਤੇ ਕਿਉਂ ਨਹੀਂ ਹੈਗਾ? ਔਰ ਈਸਾਈਆਂ ਵਾਸਤੇ, ਹਰੇਕ ਦੇ ਵਾਸਤੇ, ਹਰੇਕ ਧਰਮ ਦੇ ਵਿੱਚ ਜੋ ਵੀ ਬਾਹਰੀ ਦਿੱਖ ਹੈਗਾ, ਕਹਿੰਦੇ ਉਹਦੇ ਨਾਲ ਗੱਲ ਬਣਨੀ ਨਹੀਂ ਆ ਭਾਈ, ਉਹਦੇ ਨਾਲ ਗੱਲ ਨਹੀਂ ਬਣਨੀ। ਮਤਲਬ ਫਿਜ਼ੀਕਲ ਜਨੇਊ ਦੀ ਜਗ੍ਹਾ ਤੁਹਾਨੂੰ ਜਿਹੜਾ ਸੂਖਸ਼ਮ ਜਨੇਊ ਪਹਿਨਣ ਦੀ ਗੱਲ। ਹਾਂ, ਆ ਜਨੇਊ ਇਸੈਂਸ਼ੀਅਲ ਹੈਗਾ। ਇਹ ਹੁਣ ਮਹਾਰਾਜ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਆ ਜਨੇਊ ਸਾਰਿਆਂ ਦੇ ਵਾਸਤੇ ਚਾਹੀਦਾ ਹੈ। ਆ ਜਨੇਊ ਸਾਰਿਆਂ ਦੇ ਕੋਲ ਦਇਆ, ਸੰਤੋਖ, ਜਤ ਤੇ ਸਤ, ਇਹ ਜਨੇਊ ਸਾਰਿਆਂ ਦੇ ਵਾਸਤੇ ਚਾਹੀਦਾ। ਅੰਦਰ ਇਹ ਜਨੇਊ ਹੋਣਾ ਚਾਹੀਦਾ ਹੈ। ਜੇ ਆਪਾਂ ਧਰਮ ਦੇ ਰਸਤੇ ਤੇ ਚੱਲਣ ਲੱਗੇ ਹਾਂ ਤੇ ਆ ਜਨੇਊ ਚਾਹੀਦਾ ਹੈਗਾ। ਆ 4 ਗੁਣ ਚਾਹੀਦੇ ਹੈਗੇ, ਦਇਆ, ਕਪਾ, ਸੰਤੋਖ, ਸੂਤ, ਜਤ, ਗੰਢੀ, ਸਤ, ਵਟ। ਇਹ ਜਨੇਊ ਜੀ ਕਾ ਆਤਮਾ ਦਾ ਜਨੇਊ ਹੈ। ਮਨ ਨੇ ਐਸ ਦੇ ਨਾਲ ਰੁਕਣਾ ਹੈ। ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਤਾਂ ਮਨ ਧਾਰਮਿਕ ਹੋਏਗਾ, ਨਹੀਂ ਤਾਂ ਮਨ ਧਾਰਮਿਕ ਨਹੀਂ ਹੋਏਗਾ ਬਾਹਰਲੇ ਜਨੇਊ ਦੇ ਨਾਲ। ਦਇਆ, ਕਪਾ, ਸੰਤੋਖ, ਸੂਤ, ਜਤ, ਗੰਢੀ, ਸਤ, ਵਟ। ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ, ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ। ਕਹਿੰਦੇ ਟੁੱਟਦਾ ਵੀ ਨਹੀਂ ਹੈ, ਉਹ ਤਾਂ ਟੁੱਟ ਜਾਏਗਾ ਦੂਸਰਾ ਜਨੇਊ, ਫਿਰ ਦੁਬਾਰਾ ਪਾਉਣਾ ਪੈਂਦਾ। ਨਾ ਮਲ ਲੱਗੇ, ਨਾ ਇਹਨੂੰ ਮੈਲ ਲੱਗਦੀ ਆ, ਉਹਨੂੰ ਜਿਹੜਾ ਹੈਗਾ ਫਿਰ ਕੰਨ ਤੇ ਟੰਗਣਾ ਪੈਂਦਾ ਹੈ, ਆਪਣੀ ਕਿਰਪਾਨ ਸਿਰ ਤੇ ਟੰਗਣੀ ਪੈਂਦੀ ਹੈ। ਨਾ ਇਹ ਟੁੱਟੇ, ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਨਾ ਇਹ ਜਲਦਾ ਹੈ, ਨਾ ਇਹ ਜਿਹੜਾ ਹੈਗਾ ਜਾਂਦਾ ਹੈ ਕਿਤੇ। ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਕਹਿੰਦੇ ਧੰਨ ਆ ਉਹ ਇਨਸਾਨ ਜਿਨ੍ਹਾਂ ਨੇ ਆਹ ਜਨੇਊ ਪਾ ਲਿਆ, ਆਹ ਗੁਣਾਂ ਵਾਲਾ, ਜਿਹੜੇ ਆਹ ਗੁਣ ਧਾਰਨ ਕਰ ਲਏ, ਜਿਨ੍ਹਾਂ ਨੇ ਇਹ ਮਨ ਦਾ ਜਨੇਊ ਪਾ ਲਿਆ, ਜਿਨ੍ਹਾਂ ਨੇ ਆਪਣੇ ਮਨ ਨੂੰ ਜਨੇਊ ਪਾ ਲਿਆ। ਧੰਨ ਆ ਕਹਿੰਦੇ ਉਹ ਇਨਸਾਨ, ਧੰਨ ਆ ਉਹ ਇਨਸਾਨ। ਕੌਣ ਕਹਿ ਰਿਹਾ ਜੀ? ਪਹਿਲੀ ਪਾਤਸ਼ਾਹੀ ਕਹਿ ਰਹੀ ਹੈ। ਨਾਨਕਾ ਆਪਣੇ ਆਪ ਨੂੰ ਕਹਿ ਰਿਹਾ। ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਬਾਕੀ ਜਿਹੜਾ ਹੈਗਾ ਚੌਕੜ ਮੁੱਲਣ ਆਇਆ ਬਹਿ ਚੌਕੇ ਪਾਇਆ। ਚੌਕੜ ਕਹਿੰਦੇ 4 ਕੌਡੀਆਂ ਦਾ ਜਿਹੜਾ ਮੁੱਲ ਜਿਹੜਾ ਸੂਤ ਲੈ, ਪਹਿਲਾਂ ਕੌਡੀਆਂ ਵੀ ਚੱਲਦੀਆਂ ਸੀਗੀਆਂ, 4 ਕੌਡੀਆਂ ਦਾ ਤੇਲ ਆ ਜਾਂਦਾ ਸੀ ਜਿਹੜਾ ਹੈਗਾ ਲਾਲਟਨ 'ਚ ਪਾਉਣ ਵਾਸਤੇ। ਚੌਕੜ ਮੁੱਲ ਅਣਾਇਆ, ਕਹਿੰਦੇ 4 ਜਿਹੜੀਆਂ ਕੌਡੀਆਂ ਦਾ ਜਿਹੜਾ ਹੈਗਾ ਮੁੱਲ ਲਿਆਂਦਾ ਇਹ ਸੂਤ। ਬਹਿ ਚੌਕੇ ਪਾਇਆ, ਚੌਕੇ ਦੇ ਵਿੱਚ ਬੈਠ ਕੇ ਜਿਹੜਾ ਹੈਗਾ ਪੂਰਾ ਇਕੱਠ ਕਰਕੇ ਜਿਹੜਾ ਹੈਗਾ ਪੂਰੇ ਸਾਖ ਸੰਬੰਧੀ ਜਿਹੜੇ ਹੈਗੇ, ਬੁਲਾਏ ਸਾਖ ਸੰਬੰਧੀ ਪੂਰੇ ਦੇ ਪੂਰੇ ਆ ਗਏ। ਇਹ ਤਾਂ ਬਹੁਤ ਵੱਡਾ ਜਿਹੜਾ ਹੈਗਾ ਇਹ ਜਿਹੜਾ ਹੈਗਾ ਉਹ ਹੁੰਦਾ ਸੀਗਾ, ਉਤਸਵ ਹੁੰਦਾ ਸੀਗਾ ਬਹੁਤ ਵੱਡਾ। ਲੋਕੀ ਤਾਂ ਇਹਨੂੰ ਜਿਹੜੇ ਹੈਗੇ ਇਸ ਦੇ ਵਾਸਤੇ ਬੜੇ ਚਾਹਵਾਨ ਸੀਗੇ ਵੀ ਜਾਈਏ ਉੱਥੇ ਜਿਹੜਾ ਹੈਗਾ ਉਹਦੇ ਜਨੇਊ ਪੈਣਾ ਹੈ ਤੇ ਬੁਲਾਇਆ ਸੰਬੰਧੀਆਂ ਨੂੰ। ਉੱਥੇ ਜਿਹੜਾ ਬੱਕਰਾ ਬੁੱਕਰਾ ਰਿੰਨਿਆ ਜਾਊਗਾ, ਸਾਰਾ ਜਿਹੜਾ ਚੱਲੂਗਾ ਕੰਮ। ਚੌਕੜ ਮੁੱਲਣ ਆਇਆ ਬਹਿ ਚੌਕੇ ਪਾਇਆ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। ਕਹਿੰਦੇ ਸਿੱਖਿਆ ਵੀ ਦੇਤੀ, ਕੰਨ ਦੇ ਵਿੱਚ ਸਿੱਖਿਆ ਦੇ ਦਿੱਤੀ ਸਾਰੀ ਦੀ ਸਾਰੀ। ਗੁਰੂ ਜਿਹੜਾ ਹੈਗਾ ਬ੍ਰਾਹਮਣ ਹੋ ਗਿਆ, ਵੀ ਅੱਜ ਤੋਂ ਬ੍ਰਾਹਮਣ ਗੁਰੂ ਹੈਗਾ ਤੇਰਾ। ਉਹ ਮੂਆ ਉਹ ਚੜ ਪਿਆ, ਵੇ ਤੱਗਾ ਗਿਆ। ਕਹਿੰਦੇ ਜਿਹਦੇ ਜਨੇਊ ਪਾਇਆ ਸੀ ਜਜਮਾਨ ਦੇ, ਉਹ ਜਜਮਾਨ ਤਾਂ ਮਰ ਗਿਆ ਤੇ ਜਨੇਊ ਤਾਂ ਇੱਥੇ ਹੀ ਰਹਿ ਗਿਆ ਸਰੀਰ ਦੇ ਨਾਲ ਹੀ। ਉਹ ਜਦ ਚੜ ਪਿਆ, ਚੜ ਗਿਆ, ਖਤਮ ਹੋ ਗਿਆ, ਸੜ ਗਿਆ ਤੇ ਵੇ ਤੱਗਾ ਗਿਆ। ਫਿਰ ਤਾਂ ਬਗੈਰ ਤੱਕ ਦੇ ਹੀ ਚਲਾ ਗਿਆ। ਆਤਮਾ ਤਾਂ ਬਗੈਰ ਤੱਕ ਦੇ ਹੀ ਚਲੀ ਗਈ ਭਾਈ। ਸਾਰਿਆਂ ਨੂੰ ਹੈਗਾ ਭਾਈ, ਸਾਰਿਆਂ ਨੂੰ। ਇਹੀ ਤਾਂ ਗੱਲ ਹੈਗੀ, ਇਹੀ ਤਾਂ ਸਾਰੇ ਧਰਮਾਂ ਨੂੰ ਹੈਗਾ। ਬਾਹਰੀ ਚਿੰਨ੍ਹ ਜਿਹੜੇ ਹੈਗੇ ਉਹਨਾਂ ਨੇ ਉਹ ਹਾਂ ਨਹੀਂ ਸਾਰੇ ਪਾਉਂਦੇ ਸੀ, ਹਿੰਦੂਆਂ 'ਚ ਸਾਰੇ ਪਾਉਂਦੇ ਸੀ। ਸ਼ੂਦਰ ਨੂੰ ਨਹੀਂ ਵਿਚਾਰਿਆਂ ਨੂੰ ਪਾਉਣ ਦਿੰਦੇ ਸੀ। ਮਹੱਲਾ ਪਹਿਲਾ, ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ। ਕਹਿੰਦੇ ਅੱਜ ਜਨੇਊ ਪਾ ਲਿਆ, ਆਪਾਂ ਵੀ ਦੇਖ ਲਓ ਸਾਰੇ ਜਿਹੜੇ ਹੈਗੇ ਸਾਰੇ ਕਕਾਰ ਪਾ ਲਏ ਆ ਤੇ ਆਹ ਚੀਜ਼ ਤੇ ਵਰਕਆਊਟ ਹੀ ਨਹੀਂ ਕੀਤਾ। ਲੱਖਾਂ ਹੀ ਚੋਰੀਆਂ ਕਰ ਰਹੇ ਆ, ਲੱਖਾਂ ਹੀ ਜਾਰੀਆਂ ਕਰ ਰਹੇ ਆ, ਲੱਖਾਂ ਹੀ ਠੱਗੀਆਂ ਕਰ ਰਹੇ ਆ। ਨਾ ਤਾਂ ਕੰਮ ਤੇ ਕੰਟਰੋਲ ਆ, ਨਾ ਜਿਹੜਾ ਹੈਗਾ ਪਦਾਰਥਾਂ ਦੇ ਉੱਤੇ ਜਿਹੜੀ ਹੈਗੀ ਖਿੱਚ ਹੈਗੀ। ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਸਵੇਰੇ ਉੱਠ ਕੇ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਉਹ ਜਿਹੜਾ ਹੈਗਾ ਉੱਥੇ ਬੇਨਤੀ ਕਰਕੇ ਬਈ ਘੱਟ ਤੁਲੇਨੇ ਆ, ਘੱਟ ਨਪੇਨੇ ਆ, ਪਰ ਤੈਂਡੇ ਆ। ਬਸ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਵਾਪਸ ਜਿਹੜਾ ਹੈਗਾ ਸ਼ੁਰੂ ਹੋ ਜਾਂਦੇ ਆ ਆਪਾਂ ਉਸੇ ਤਰੀਕੇ ਦੇ ਨਾਲ। ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ
ਲੱਖ ਗਾਲ, ਸਾਰਾ ਝੂਠ, ਕੂੜ ਦੇ ਨਾਲ, ਲੱਖਾਂ ਹੀ ਕੂੜ, ਲੱਖਾਂ ਹੀ ਜਾਰੀ ਕਾਮ ਦੇ ਉੱਤੇ ਕਰੈਕਟਰ, ਲੱਖ ਚੋਰੀਆਂ, ਠੱਗੀਆਂ, ਸਾਰਾ ਕੁਛ ਜਿਹੜਾ, ਲੱਖ ਗਾਲਾਂ ਵੀ ਦੇਖ ਲਓ ਕਿਸ ਤਰ੍ਹਾਂ ਉਸੇ ਕਕਾਰਾਂ ਦੇ ਨਾਲ, ਉਸੇ ਜਨੇਊ ਦੇ ਨਾਲ ਕਿੰਨੀਆਂ ਗਾਲਾਂ, ਮੋਟੀਆਂ ਮੋਟੀਆਂ ਗਾਲਾਂ ਹੁੰਦੀਆਂ, ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ, ਪਹਿਨਾਮੀਆਂ, ਠੱਗੀਆਂ ਵੀ ਦੇਖ ਲਓ, ਲੱਖਾਂ ਹੀ ਠੱਗੀਆਂ ਕਰਦੇ ਆ। ਪਹਿਨਾਮੀ ਕੀ ਹੁੰਦੀ ਹੈ? ਪਹਿਨਾਮੀ ਹੁੰਦੀ ਹੈ ਕਿਸੇ ਦੀ ਅਮਾਨਤ ਲੈ ਕੇ ਉਹਨੂੰ ਦਿੱਤੀ ਨਹੀਂ ਅਮਾਨਤ, ਖਿਆਨਤ ਕਰ ਦਿੱਤੀ ਉਹਦੇ 'ਚ। ਲੱਖ ਠੱਗੀਆਂ, ਪਹਿਨਾਮੀਆਂ, ਰਾਤ ਦਿਨਸ ਜੀ ਨਾਲ, ਰਾਤ ਦਿਨ ਜਿਹੜਾ ਹੈਗਾ ਆਹੀ ਕੁਝ ਜੀ ਦੇ ਨਾਲ ਆਹੀ ਕੁਛ ਕਰ ਰਿਹਾ ਇਨਸਾਨ। ਤੱਗ ਕਪਾਹੋ ਕੱਤੀਏ ਬਾਹਮਣ ਵੱਟੇ ਆਏ, ਕਹਿੰਦੇ ਕਪਾਹ ਤੋਂ ਜਿਹੜਾ ਹੈਗਾ ਜਿਹੜੀ ਹੈਗੀ ਧਾਗਾ ਕੱਤ ਦਿੱਤਾ ਤੇ ਬਾਹਮਣ ਨੇ ਆ ਕੇ ਵੱਟ ਚੜਾ ਦਿੱਤੇ। ਆ ਹੁਣ ਚੱਲ ਰਿਹਾ ਹੈ ਉਹਨਾਂ ਦਾ ਜਿਹੜਾ ਹੈਗਾ ਜਨੇਊ ਪਾਉਣ ਦਾ ਜਿਹੜਾ ਹੈਗਾ ਜੋ ਰਸਮ ਜਿਹੜੀ ਹੈਗੀ ਆ। ਕੋਹ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਏ, ਬੱਕਰਾ ਜਿਹੜਾ ਹੈਗਾ ਰਿੰਨ ਕੇ ਜਿਹੜਾ ਹੈਗਾ ਬਣਾ ਲਿਆ, ਤਿਆਰ ਕਰ ਲਿਆ, ਸਾਰੇ ਕਹਿੰਦੇ ਪਾਓ ਜੀ, ਵਾਹ ਵਧੀਆ, ਸਾਰਿਆਂ ਨੇ ਇਜਾਜ਼ਤ ਦੇ ਦਿੱਤੀ, ਸਭ ਕੋ ਆਖੇ ਪਾਏ, ਸਾਰਿਆਂ ਦੀ ਇਜਾਜ਼ਤ ਹੋ ਗਈ। ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ, ਉਹ ਪੁਰਾਣਾ ਹੋ ਜਾਂਦਾ ਫਿਰ ਸੁੱਟ ਦਿੰਦੇ ਆ, ਫਿਰ ਹੋਰ ਜਨੇਊ ਪਾ ਲੈਂਦੇ ਆ। ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜ਼ੋਰ, ਕਹਿੰਦੇ ਤੱਗ ਤਾਂ ਟੁੱਟ ਹੀ ਨਹੀਂ ਸਕਦਾ, ਜਿਹੜਾ ਮਨ ਦੇ ਵਿੱਚ ਜਨੇਊ ਪਾ ਲਿਆ, ਮਜਾ ਲਿਆ ਟੁੱਟ ਜਾਏ, ਜੇ ਉਹਦੇ 'ਚ ਜ਼ੋਰ ਹੋਏ ਤੇ ਉਹ ਕਿਵੇਂ ਟੁੱਟ ਸਕਦਾ ਹੈ। ਮਹੱਲਾ ਪਹਿਲਾ। ਇਹ ਜਨੇਊ ਮਨ ਦਾ ਕਕਾਰ, ਮਨ ਦੇ ਹੈਗੇ ਭਾਈ, ਮਨ ਦੇ ਕਕਾਰ ਹੈਗੇ, ਮਨ ਦਾ ਹੈਗਾ ਸਾਰਾ ਦਾ ਸਾਰਾ। ਬਾਹਰਲੇ ਤਾਂ ਹੀ ਜਿਹੜੇ ਹੈਗੇ ਇਹ ਜਿਹੜੇ ਉਹ ਹੈਲਪ ਕਰ ਸਕਦੇ ਆ ਜੇ ਕਿਤੇ ਅੰਦਰਲੇ ਕਕਾਰ ਹੋਣ ਆਪਣੇ ਤੇ। ਆ ਜਨੇਊ ਹੋਏ ਅੰਦਰ। ਮਹੱਲਾ ਪਹਿਲਾ। ਨਾਏ ਮਨ ਹੈ ਪਤ ਉਪਜੈ, ਕਹਿੰਦੇ ਨਾਮ ਨੂੰ ਮਨ ਦੇ ਵਿੱਚ ਵਸਾਉਣ ਦੇ ਨਾਲ ਪਤ ਪੈਦਾ ਹੋਏਗੀ ਭਾਈ। ਨਾਮ ਦੇ ਮਨ ਨੂੰ ਵਸਾਉਣ ਦੇ ਨਾਲ ਪਤ ਪੈਦਾ, ਲੋਕ ਪਰਲੋਕ ਦੇ ਵਿੱਚ ਪਤ ਪੈਦਾ ਹੋ ਜਾਏਗੀ ਜੇ ਕਿਤੇ ਧਿਆਨ ਸਿਮਰਨ ਵਾਲਾ ਜਿਹੜਾ ਹੈਗਾ ਕੰਮ ਕਰੇਗਾ ਤਾਂ। ਸਾਲਾ ਹੀ ਸੱਚ ਸੂਤ, ਸਲਾਹ ਪਰਮੇਸ਼ਰ ਦੀ ਬੰਦਗੀ ਕਰ, ਆਇਆ ਸੱਚਾ ਸੂਤ, ਇਹਦਾ ਜਨੇਊ ਬਣਾ। ਦਰਗਾਹ ਅੰਦਰ ਪਾਈਏ ਤੱਗ ਨਾ ਟੁੱਟੈ ਸਪੂਤ, ਉਹ ਮਾਲਕ ਪਰਮਾਤਮਾ ਦੀ ਦਰਗਾਹ ਦੇ ਵਿੱਚ ਐਂਟਰੀ ਕਰਵਾ ਦੇਗਾ। ਉਹ ਇਹ ਤੱਗ ਨਹੀਂ ਟੁੱਟਦਾ, ਭਾਵੇਂ ਜਿਹੜਾ ਹੈਗਾ ਬੰਦੇ ਨੂੰ ਸਾੜ ਦੋ, ਭਾਵੇਂ ਜੋ ਮਰਜ਼ੀ ਕਰ ਦੋ, ਅੰਦਰਲਾ ਜਿਹੜਾ ਮਨ ਨੂੰ ਪਾਇਆ, ਆਤਮਾ ਨੂੰ ਪਾਇਆ, ਉਹਨੇ ਨਹੀਂ ਟੁੱਟਣਾ ਪਾਈ। ਦਰਗਾਹ ਅੰਦਰ ਪਾਈਏ, ਦਰਗਾਹ ਦੇ ਵਿੱਚ ਲੈ ਕੇ ਜਾਏਗਾ ਪਾਈ। ਤੱਗ ਨਾ ਟੁੱਟੈ ਸਪੂਤ, ਹੇ ਪੁੱਤਰਾ ਆ ਨਹੀਂ ਟੁੱਟਦਾ ਤੱਗ, ਆ ਜਨੇਊ ਪਾ, ਆ ਪਾ ਜਿਹੜੇ ਕਕਾਰ। ਮਹੱਲਾ ਪਹਿਲਾ। ਤੱਗ ਨਾ ਇੰਦਰੀ ਤੱਗ ਨਾ ਨਾਰੀ, ਤੂੰ ਆਪਣੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਨੂੰ ਤੱਗ ਪਾਇਆ ਆ। ਦੇਖ ਤੇਰੀਆਂ ਅੱਖਾਂ ਕਿੱਥੇ ਜਾ ਰਹੀਆਂ, ਕੀ ਦੇਖ ਰਹੀਆਂ ਅੱਖਾਂ, ਕਦੀ ਸੋਚ ਤਾਂ ਸਹੀ ਬੈਠ ਕੇ। ਤੇਰੇ ਕੰਨ ਕੀ ਕਰ ਰਹੇ ਆ, ਤੇਰੀ ਜੀਭ ਕੀ ਕਰ ਰਹੀ ਆ, ਕਿੱਧਰ ਨੂੰ ਜਾ ਰਹੀ ਹੈ ਤੇਰੀ ਇੰਦਰੀ। ਤੱਗ ਨਾ ਇੰਦਰੀ ਤੱਗ ਨਾ ਨਾਰੀ, ਤੇਰੇ ਦੇਖ ਤੇਰੀ ਜਿਹੜਾ ਪਿੰਗਲਾ ਸੁਖਮਨਾ ਜਿਹੜੀ ਥੱਲੇ ਨੂੰ ਸਾਰੀ ਦੀ ਸਾਰੀ ਥੱਲੇ ਨੂੰ ਜਾ ਰਹੀ ਹੈ। ਕਾਮ ਇੰਦਰੀ ਦੇ ਉੱਤੇ ਸਾਰਾ ਕੇਂਦਰਿਤ ਹੈਗਾ, ਸਾਰਾ ਦਾ ਸਾਰਾ। ਪ੍ਰਾਣ ਸ਼ਕਤੀ ਤਾਂ ਤੇਰੀ ਉੱਪਰ ਨੂੰ ਆ ਹੀ ਨਹੀਂ ਰਹੀ। ਇਹ ਨਾਰੀ ਕਹਿੰਦੇ ਨਾੜਾਂ, ਨਾੜ ਜਿਹੜੀ ਹੈਗੀਆਂ ਇਹਨਾਂ ਨੂੰ ਤਾਂ ਤੂੰ ਪਾਇਆ ਹੀ ਨਹੀਂ ਜਨੇਊ। ਤੱਗ ਨਾ ਇੰਦਰੀ, ਨਾ ਤੇਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਨੂੰ ਤੱਗ ਹੈਗਾ। ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਔਰ ਨਿਤ ਰੋਜ਼ ਹਰ ਰੋਜ਼ ਜਿਹੜਾ ਹੈਗਾ ਤੈਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ ਆਪਣੇ ਕਰਮਾਂ ਦੇ ਉੱਤੇ। ਭਲਕੇ ਥੁੱਕ ਪਵੇ ਨਿਤ ਦਾੜੀ, ਤੱਗ ਨਾ ਪੈਰੀ ਤੱਗ ਨਾ ਅੱਖੀਂ ਹੱਥੀਂ, ਨਾ ਤੇਰੇ ਪੈਰਾਂ ਤੇ ਤੱਗ ਹੈਗਾ ਨਾ ਤੇਰੇ ਹੱਥਾਂ ਤੇ ਤੱਗ ਹੈਗਾ। ਪੈਰ ਵੀ ਮਾੜੇ ਪਾਸੇ ਜਾਂਦੇ, ਹੱਥ ਵੀ ਮਾੜੇ ਕਰਮ ਕਰਦੇ ਆ। ਤੱਗ ਨਾ ਜਿਹਵਾ ਤੱਗ ਨਾ ਅੱਖੀਂ, ਨਾ ਤੇਰੀ ਜੀਭ ਤੇ ਤੱਗ ਹੈਗਾ ਨਾ ਤੇਰੀ ਅੱਖਾਂ ਤੇ ਤੱਗ ਹੈਗਾ। ਕਾਹਦਾ ਜਨੇਊ ਪਾਇਆ, ਕਾਹਦੇ ਕਕਾਰ ਪਾਏ ਹੋਏ ਭਾਈ। ਵੇ ਤੱਗਾ ਆਪੇ ਵੱਤਾ ਹੈ, ਤੂੰ ਤਾਂ ਬਗੈਰ ਤੱਗ ਦੇ ਵਰਤ ਰਿਹਾ ਆ। ਕਾਹਦੇ ਤੱਗ ਹੈਗਾ ਤੇਰਾ, ਹੈ ਕੋਈ ਤੇਰੇ ਤੱਗ ਦੇ ਵਿੱਚ ਇਹ ਜਿਹੜੇ ਪਾਏ ਇਹਨਾਂ ਦੇ ਵਿੱਚ ਕੰਟਰੋਲ ਤੇਰੇ ਇਹਨੂੰ ਰੋਕ ਸਕਣ ਇਹ। ਵੇ ਤੱਗਾ ਆਪੇ ਵੱਤਾ ਹੈ ਵੱਡ ਧਾਗੇ ਅਵਰਾ ਕੱਥਾ ਹੈ, ਹੇ ਬਾਹਮਣਾ ਤੂੰ ਜਿਹੜਾ ਹੈਗਾ ਵੱਟ ਕੇ ਧਾਗੇ ਜਿਹੜਾ ਦੂਜਿਆਂ ਨੂੰ ਪਾਈ ਜਾ ਰਿਹਾ ਹੈ, ਤੇਰਾ ਆਪਣਾ ਹਾਲਤ ਤਾਂ ਦੇਖ ਕੀ ਹੈਗੀ ਆ। ਲੈ ਪਹਾੜ ਕਰੇ ਵਿਆਹੋ, ਕਹਿੰਦੇ ਪਹਾੜ ਲੈ ਕੇ ਕਹਿੰਦੇ ਆ ਤੂੰ ਜਿਹੜਾ ਹੈਗਾ
ਕਿਸੇ ਜਜਮਾਨ ਦਾ ਜਿਹੜਾ ਹੈਗਾ ਉਹਦੀ ਕੁੜੀ ਦਾ ਵਿਆਹ ਹੈਗਾ ਤੇ ਤੂੰ ਉਹਦੇ ਵਿੱਚ ਵੀ ਜਿਹੜਾ ਹੈਗਾ ਉਹਦੇ ਕੋਲੋਂ ਵੀ ਲੈ ਲੈਣਾ ਹੈ, ਜਿਹੜੇ ਹੈਗੇ ਕੀ ਕਹਿੰਦੇ ਭੇਟਾ ਲੈ ਲੈਣਾ ਹੈ ਉਹਦੇ ਕੋਲੋਂ। ਲੈ ਪਹਾੜ ਕਰੇ ਵਿਆਹੋ ਕੜੇ ਕਾਗਲ ਦਕਸ਼ਣਾ ਕਹਿ ਲਓ, ਭੇਟਾ ਕਹਿ ਲਓ, ਆਪਣੇ ਤਾਂ ਭੇਟਾ ਹੀ ਹੈਗੀ। ਲੈ ਪਹਾੜ ਕਰੇ ਵਿਆਹੋ ਕੜ ਕਾਗਲ ਦੱਸੇ ਰਾਹੋ। ਔਰ ਪੱਤਰੀ ਖੋਲ ਕੇ ਜਿਹੜਾ ਹੈਗਾ ਉਹ ਕਹਿੰਦੇ ਜੀ ਇਹਨਾਂ ਨੂੰ ਹੁਣ ਜਿਹੜਾ ਵਿਆਹ ਹੋ ਗਿਆ ਜੀ ਭਾਈ ਜੀ ਇਹਨਾਂ ਨੂੰ ਜਿਹੜਾ ਦਿਓ, ਹੁਣ ਕੋਈ ਸਿੱਖਿਆ ਦਿਓ ਇਹਨਾਂ ਨੂੰ। ਕੱਢ ਕਾਗਲ ਦੱਸੇ ਰਾਹੋ, ਕਾਗਲ ਕਹਿੰਦੇ ਉਹ ਕਾਗਲ ਆਪਣੀ ਜਿਹੜੀ ਹੈਗੀ ਪੱਤਰੀ ਜਿਹੜੀ ਹੈਗੀ ਉਹ ਕੱਢ ਕੇ ਤੇ ਤੂੰ ਉਹਨਾਂ ਨੂੰ ਜਿਹੜਾ ਰਾਹ ਦੱਸਦਾ ਹੈ ਭਾਈ। ਸੁਣ ਵੇਖੋ ਲੋਕਾਂ ਇਹ ਵਿਡਾਣ ਮਨੇ ਅੰਧਾ ਨਾ ਸੁਜਾਣ। ਕਹਿੰਦੇ ਆ ਦੇਖੋ ਲੋਕੋ ਆ ਕਿਹੋ ਜਿਹਾ ਜਿਹੜਾ ਹੈਗਾ ਇਹ ਵਿਡਾਣ ਹੈਗਾ, ਕਿਹੋ ਜਿਹਾ ਹੋ ਰਿਹਾ ਹੈ। ਕਹਿੰਦੇ ਵਿਧਾਨ ਕਿਹੋ ਜਿਹਾ ਚੱਲ ਰਿਹਾ ਹੈ। ਕਹਿੰਦੇ ਅੰਨਾ ਹੈਗਾ ਤੇ ਨਾਮ ਜਿਹੜਾ ਸੁਜਾਨ ਹੈਗਾ। ਉਹ ਅੰਨਾ ਹੈਗਾ ਤੇ ਨਾਮ ਸੁਜਾਨ ਹੈ। ਮਨ ਜਿਹੜਾ ਹੈਗਾ ਅੰਦਰੋਂ ਅੰਨਾ ਹੈ ਪੂਰਾ ਦਾ ਪੂਰਾ, ਉਹ ਨਾ ਸੁਜਾਨ ਹੈ। ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਬਸ ਇੱਥੇ ਹੁਣ ਮਾਲਕ ਪਰਮਾਤਮਾ ਦੇ ਅੱਗੇ ਜਿਹੜੇ ਹੈਗੇ ਬੇਨਤੀ ਹੈਗੀ ਢਹਿ ਪਏ। ਕਹਿੰਦੇ ਮਾਲਕ ਪਰਮਾਤਮਾ ਦੇ ਅੱਗੇ ਕਿਤੇ ਮਾਲਕ ਜਿਹੜਾ ਹੈਗਾ ਦਿਆਲੂ ਦਇਆ ਕਰਦਾ ਹੈ, ਕਿਰਪਾ ਕਰਦਾ ਹੈ, ਤਾਂ ਉਹ ਕਾਰ ਜਿਹੜੀ ਹੈਗੀ ਆ ਉਹ ਸੱਚੀ ਕਾਰ ਜਿਹੜੀ ਹੈਗੀ ਆ ਉਹ ਅੰਦਰਲਾ ਜਨੇਊ ਜਿਹੜਾ ਹੈਗਾ ਇਨਸਾਨ ਦੇ ਤਾਂ ਪੈ ਸਕਦਾ ਹੈ ਭਾਈ। ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਉਹ ਸੇਵਕ ਹੈ ਭਾਈ, ਉਹੀ ਸੇਵਾ ਕਰ ਸਕਦਾ ਹੈ ਧਿਆਨ ਸਿਮਰਨ ਵਾਲੀ, ਜਿਹਨੂੰ ਉਹ ਮਾਲਕ ਪਰਮਾਤਮਾ ਹੁਕਮ ਮਨਾਉਂਦਾ ਹੈ ਆਪਣਾ। ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨਣ ਦੇ ਨਾਲ ਹੀ ਭਾਈ ਪ੍ਰਵਾਨ ਹੁੰਦਾ ਹੈ ਇਨਸਾਨ ਤੇ ਮਾਲਕ ਪਰਮਾਤਮਾ ਦੇ ਮਹਿਲ ਦੇ ਵਿੱਚ ਐਂਟਰੀ ਹੋ ਜਾਂਦੀ ਹੈ। ਖਸਮੇ ਪਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ। ਜੋ ਖਸਮ ਨੂੰ ਪਾਉਂਦਾ ਹੈ, ਜੋ ਮਾਲਕ ਨੇ ਰਸਤਾ ਰੱਖਿਆ ਆ, ਜੋ ਮਾਲਕ ਚਾਹੁੰਦਾ ਹੈਗਾ ਉਹ ਕੰਮ ਕਰੇਗਾ ਤੇ ਮਨ ਚਿੰਦਿਆ ਫਲ ਮਿਲ ਜਾਂਦਾ ਹੈ। ਮਨੁੱਖੀ ਜੂਨ ਜਿੱਤ ਜਾਂਦਾ ਹੈ ਇਨਸਾਨ। ਤਾਂ ਦਰਗਾਹ ਪੈਂਦਾ ਜਾਏ ਸੀ, ਤਾਂ ਮਾਲਕ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਿਹੜਾ ਹੈਗਾ ਪੈਦਾ ਕਹਿੰਦੇ ਆ ਬਈ ਉਹ ਉੱਥੇ ਜਿਹੜਾ ਹੈਗਾ ਵੈਲਕਮ ਹੁੰਦੀ ਆ, ਉਹਨੂੰ ਸਰੋਪਾ ਦਿੱਤਾ ਜਾਂਦਾ ਹੈ। ਸਰੋਪੇ ਦੇ ਨਾਲ ਕਹਿੰਦੇ ਆ ਵੈਲਕਮ ਜਿਹੜਾ ਹੈਗਾ ਉਹਦੀ, ਤਾਂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਿਹੜੀ ਸੋਭਾ ਹੁੰਦੀ ਹੈ। ਤਾਂ ਦਰਗਾਹ ਪੈਂਦਾ ਜਾਏ ਸੀ। ਇਹ ਜੀ 15 ਹੋ ਗਈਆਂ। ਇਹਦੇ ਵਿੱਚ ਜਿਹੜਾ ਹੈਗਾ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅਸੀਂ ਕੋਸ਼ਿਸ਼ ਤਾਂ ਇਹੀ ਕੀਤੀ ਹੈ ਕਿ ਭਾਈ ਜੋ ਗਿਆਨ ਕਹਿ ਰਿਹਾ ਆ ਉਸ ਗਿਆਨ ਦੇ ਅਨੁਸਾਰ ਜਿਹੜਾ ਹੈਗਾ ਅੱਗੇ ਮਾਲਕ ਜਾਣਦਾ ਹੈ, ਸੰਗਤ ਜਾਣਦੀ ਹੈ ਭਾਈ ਕਿਤੇ ਗਲਤੀ ਹੈ ਤੇ ਸੰਗਤ ਤੇ ਬਖਸ਼ਣ ਜੋ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ। ਉਹ ਪਰ ਪੁਸਤਕ ਸੰਧਿਆ ਬਾਤ ਸਾਰਾ ਕੱਲੇ ਪੰਡਤਾਂ ਵਾਸਤੇ ਨਹੀਂ ਗਏ, ਕੱਲੇ ਹਿੰਦੂਆਂ ਵਾਸਤੇ ਨਹੀਂ, ਆਪਣੇ ਸਾਰਿਆਂ ਵਾਸਤੇ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈਗਾ। ਸਾਰਾ ਗਿਆਨ ਸਾਰਿਆਂ ਵਾਸਤੇ ਹੈਗਾ। ਇਹ ਸਿਰਫ ਜਿਹੜਾ ਕਿਉਂਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ। ਕਿਉਂਕਿ ਕੋਈ ਨਾ ਕੋਈ ਐਗਜ਼ਾਮਪਲ ਤਾਂ ਲੈਣਾ ਪਊਗਾ ਨਾ। ਕੋਈ ਗਿਆਨ ਦੇਣਾ ਹੈ ਤੇ ਉਹਦੇ ਵਾਸਤੇ ਕਿਤੇ ਨਾ ਕਿਤੋਂ ਐਗਜ਼ਾਮਪਲ ਤਾਂ ਦੁਨੀਆ 'ਚੋਂ ਹੀ ਲੈਣਾ ਪਊਗਾ। ਔਰ ਹੁੰਦੀ ਸਾਂਝੀ ਸਾਰੇ ਜਹਾਨ ਦੇ ਵਾਸਤੇ ਸਾਂਝੀ ਹੁੰਦੀ ਹੈ। ਪਰਮਿੰਦਰ ਜੀ ਮਤ ਖੋਲੋ ਜੀ ਪਲੀਜ਼, ਸ਼ੋਰ ਹੋ ਰਿਹਾ ਤੁਹਾਡੇ ਇੱਥੇ ਨਾ ਠਾ ਹੋ ਰਹੀ ਹੈ ਕੁਛ। ਮੈਂ ਕਹਿੰਦਾ ਸੀ ਵੀ ਕਿ ਹਿੰਦੂ ਵੀਰ ਇਹ ਨਾ ਸਮਝਣ ਕਿ ਵੀ ਸਾਡੇ ਇਕੱਲੇ ਧਰਮ ਨੂੰ ਕਰ ਰਿਹਾ, ਇਹ ਸਾਰਿਆਂ ਵਾਸਤੇ ਕ੍ਰਿਟਿਸਿਜ਼ਮ ਹੈਗਾ। ਬਿਲਕੁਲ ਸਾਰਿਆਂ ਵਾਸਤੇ ਹੈਗਾ ਭਾਈ। ਮੈਂ ਤਾਂ ਕਹਿੰਦਾ ਸਿੱਖਾਂ ਦੇ ਵਾਸਤੇ ਤਾਂ ਬਹੁਤ ਜ਼ਿਆਦਾ ਹੈਗਾ, ਕਿਉਂਕਿ ਇਹ ਤਾਂ ਸਾਰਿਆਂ ਦੇ ਵਾਸਤੇ ਹੈਗਾ। ਆਪਣੇ ਕੋਲ ਤਾਂ ਗਿਆਨ ਹੁੰਦੇ ਹੋਏ ਵੀ ਜਿਹੜਾ ਆਪਾਂ ਫੇਰ ਜਿਹੜੇ ਆ ਉਸ ਪਾਸੇ ਜਾ ਰਹੇ ਤੇ ਇਹਦਾ ਮਤਲਬ ਆਪਾਂ ਤਾਂ ਜਿਹੜੇ ਜ਼ਿਆਦਾ ਜਿਹੜੇ ਕਸੂਰਵਾਰ ਹੈਗੇ ਆ ਭਾਈ। ਅਸੀਂ ਬਿਲਕੁਲ ਸਾਰਿਆਂ ਦੇ ਵਾਸਤੇ ਹੈਗਾ। ਬਿਲਕੁਲ ਜਿਨ੍ਹਾਂ ਤੋਂ ਵਰਜਿਆ ਸੀ ਅਸੀਂ ਉਹ ਫੜ ਕੇ ਬੈਠ ਗਏ। ਹਾਂ ਬਿਲਕੁਲ ਸਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀਓ। ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਰਮਿੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਪਰਮਜੀਤ ਜੀ ਆਪਣੇ ਜਿਹੜੇ ਨਾ ਤੁਹਾਡੇ ਜਿਹੜੇ ਹੈਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਹੈਗੇ ਅੱਜ, ਨਹੀਂ ਤਾਂ ਉਹਨਾਂ ਨੂੰ ਇਹ ਰਿਕਾਰਡਿੰਗ ਸੁਣਾ ਦੇਣਾ ਜੀ, ਕਿਉਂਕਿ ਉਹਨਾਂ ਦੇ ਸਵਾਲਾਂ ਦੇ ਕਾਫੀ ਜਵਾਬ ਹੈਗੇ ਇਹਦੇ ਵਿੱਚ। ਪਰਮਜੀਤ ਜੀ ਹੈਗੇ, ਉਹ ਬੇਟੀ ਹੈਗੀ ਤੁਹਾਡੀ? ਵਾਹਿਗੁਰੂ ਜੀ ਹਾਂਜੀ 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 ਸੁਣਦੇ ਸੀ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ, ਕਿਉਂਕਿ ਉਹਨਾਂ ਨੇ ਹਾਂਜੀ ਹਾਂਜੀ ਬਿਲਕੁਲ ਜੀ। ਪਰਮਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਿੰਦਰ ਛੋਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਮੈਂ ਉਹ ਤੁਹਾਡਾ ਸ਼ੋਰ ਆ ਰਿਹਾ ਸੀ ਨਾ, ਇਸ ਕਰਕੇ ਮੈਂ ਕਿਹਾ ਕਿਤੇ ਫਤਿਹ ਬੁਲਾਉਣ ਲੱਗੇ ਤਾਂ ਬੋਲਤਾ। ਨਹੀਂ ਨਹੀਂ ਕੋਈ ਗੱਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ। ਇਹਦਾ ਮਕਾਨ ਬਣ ਰਿਹਾ ਨਾ ਤਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਵਾਹਿਗੁਰੂ